ਸ਼੍ਰੀ ਅਕਾਲ। ਇੰਡੀਆ ਪਲੱਸ USA ਦੇਖ ਰਹੇ ਸਭ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਅਬੋਹਰ ਹਲਕੇ 'ਚ ਹਰਸਿਮਰਤ ਕੌਰ ਬਾਦਲ ਨੇ ਜਾਖੜ ਪਰਿਵਾਰ ਅਤੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ। ਮਜੀਠੀਆ ਤੇ ਦਰਜ FIR ਨੂੰ ਲੈ ਕੇ ਬੰਟੀ ਰੋਮਾਣਾ ਦਾ ਕਾਂਗਰਸ ਤੇ ਹਮਲਾ, ਪੁੱਛੇ 5 ਸਵਾਲ। ਸਥਾਪਨਾ ਦਿਵਸ ਮੌਕੇ ਤੇ ਡੋਰੀ ਖਿੱਚਦੇ ਹੀ ਡਿੱਗਾ ਕਾਂਗਰਸ ਦਾ ਝੰਡਾ। ਬ੍ਰਾਜ਼ੀਲ 'ਚ ਹੜ੍ਹ ਨਾਲ ਭਾਰੀ ਤਬਾਹੀ, 18 ਲੋਕਾਂ ਦੀ ਮੌਤ, 40 ਸ਼ਹਿਰ ਪ੍ਰਭਾਵਿਤ। ਕਾਨਪੁਰ 'ਚ PM ਮੋਦੀ ਨੇ IIT ਦੇ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ 'ਚ ਆਰਾਮ ਨਹੀਂ, ਚੁਣੌਤੀ ਚੁਣੋ। ਨਵਜੋਤ ਸਿੱਧੂ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਕੀਤੀ ਪੰਜਾਬ ਪੁਲਿਸ ਤੇ ਵਿਵਾਦਿਤ ਟਿੱਪਣੀ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਲੋੜ ਹੈ, ਅਰਵਿੰਦ ਕੇਜਰੀਵਾਲ। ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 15 ਹੋਰ ਉਮੀਦਵਾਰਾਂ ਦੀ ਇੱਕ ਨਵੀਂ ਸੂਚੀ। ਸਿੱਖ ਫੋਰ ਜਸਟਿਸ ਦਾ ਇੱਕੋ ਇੱਕ ਮਕਸਦ ਭਾਰਤੀ ਸਿੱਖਾਂ ਨੂੰ ਅੱਤਵਾਦੀਆਂ ਦੇ ਰੂਪ 'ਚ ਪੇਸ਼ ਕਰਨਾ, ਮਨਜਿੰਦਰ ਸਿਰਸਾ। ਸਨੀ ਲਿਓਨੀ ਤੇ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਮਨੀਸ਼ਾ ਗੁਲਾਟੀ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਇਸ ਵੱਡੀ ਖਬਰ ਤੋਂ। ਅਬੋਹਰ ਹਲਕੇ 'ਚ ਹਰਸਿਮਰਤ ਕੌਰ ਬਾਦਲ ਨੇ ਜਾਖੜ ਪਰਿਵਾਰ ਅਤੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ। ਅਬੋਹਰ ਹਲਕੇ ਦੇ ਦੌਰੇ ਤੇ ਹਰਸਿਮਰਤ ਕੌਰ ਬਾਦਲ ਨੇ ਜਾਖੜ ਪਰਿਵਾਰ ਤੇ ਨਿਸ਼ਾਨੇ ਸਾਧੇ ਹਨ। ਅਬੋਹਰ ਹਲਕੇ ਦੇ ਦੌਰੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਬੋਹਰ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਜਿੱਥੇ ਉਹਨਾਂ ਨੇ ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਜਨ ਸਭਾਵਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕੀਤਾ, ਉੱਥੇ ਹੀ ਜਾਖੜ ਪਰਿਵਾਰ ਤੇ ਨਿਸ਼ਾਨੇ ਸਾਧੇ। ਉੱਥੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਨਾਲ ਵੀ ਵਾਰਤਾਲਾਪ ਕੀਤੀ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਲੈ ਕੇ ਕਿਹਾ ਹੈ ਕਿ ਸਿਰਫ ਨੋਟੰਕੀ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਹੋਮ ਮਿਨਿਸਟਰ ਬਣਾ ਦਿਓ, ਜਿਸ ਤੋਂ ਬਾਅਦ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਾਰਿਆਂ ਤੇ ਕਾਰਵਾਈ ਕੀਤੀ ਜਾਵੇਗੀ। ਸਾਡਾ ਪਰਿਵਾਰ ਅਹਿਸਾਨ ਫਰਾਮੋਸ਼ ਨਹੀਂ ਹੈਗਾ। ਲੋਕਾਂ ਦੇ ਦਿੱਤੇ ਹੋਏ ਆਸ਼ੀਰਵਾਦ ਦਾ ਮੁੱਲ ਕੋਸ਼ਿਸ਼ ਕਰਦੇ ਆ, ਕਿਉਂਕਿ ਸਾਡੇ ਵਾਸਤੇ ਆ ਤਕੜੀ ਇਹ ਗੁਰੂ ਨਾਨਕ ਸਾਹਿਬ ਦੀ ਤਕੜੀ ਤੋਂ ਘੱਟ ਅਹਿਮੀਅਤ ਨਹੀਂ ਰੱਖਦੀ। ਇਹ ਤਕੜੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜੇ ਲੋਕਾਂ ਨੇ ਇਸ ਤਕੜੀ ਨੂੰ ਵਿਸ਼ਵਾਸ ਦਿੱਤਾ ਹੈ ਤੇ ਬਾਬੇ ਨਾਨਕ ਦੀ ਤਕੜੀ ਦੇ ਨਾਲ ਉਹਨਾਂ ਦਾ ਵਿਸ਼ਵਾਸ ਦਾ ਮੁੱਲ ਉਸ ਤੋਂ 100 ਗੁਣਾ ਵੱਧ ਕਰਕੇ ਮੋੜਨਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਸਾਰਿਆਂ ਤੋਂ ਨਜ਼ਰ ਆ ਰਿਹਾ ਕਿ ਡਾਕਟਰ ਰਿਨਵਾ ਜੀ ਨਾਲ ਤੁਹਾਡਾ ਕਿੰਨਾ ਲਗਾਵ ਤੇ ਕਿੰਨਾ ਪਿਆਰ ਹੈ। ਜਿੱਥੇ ਮੈਨੂੰ ਆਪ ਹੀ ਸਮਝ ਆ ਰਹੀ ਹੈ ਕਿ ਭਾਵੇਂ ਜਾਖੜ ਪਰਿਵਾਰ ਨੇ ਇਸ ਇਲਾਕੇ ਤੋਂ ਬਹੁਤ ਕੁਝ ਪਾ ਲਿਆ, ਵੱਡੇ ਵੱਡੇ ਅਹੁਦੇ ਮਿਲ ਗਏ, ਲੇਕਿਨ ਇਹਨਾਂ ਅਹੁਦਿਆਂ ਵਿੱਚ ਬੈਠ ਕੇ ਇਸ ਇਲਾਕੇ ਦੀ ਲੋਕਾਂ ਦੀ ਤਕਲੀਫਾਂ ਨੂੰ ਘਟਾਉਣ ਵਾਸਤੇ ਉਹਨਾਂ ਨੇ ਕੋਈ ਕਦਮ ਤਾਂ ਕੀ ਚੱਕਣਾ ਸੀ, ਵਿਕਾਸ ਤਾਂ ਕੀ ਕਰਨਾ ਸੀ, ਲੇਕਿਨ ਡਰਾ ਧਮਕਾ ਕੇ ਪਰਚੇ ਕਰਕੇ ਲੋਕਾਂ ਨੂੰ ਦਬਾ ਕੁਚਲ ਕੇ ਰੱਖਿਆ ਤੇ ਲੋਕੀ ਇਹਦੇ ਖਿਲਾਫ ਹੁਣ ਖੜੇ ਹੋ ਗਏ। ਤੁਹਾਡੇ ਮਨ ਵਿੱਚ ਉਹ ਬੁਲਬੁਲਾ ਹੈਗਾ ਕਿ ਤੁਸੀਂ ਹੁਣ ਇਹੋ ਜਿਹੀ ਰਾਜਨੀਤੀ ਨਹੀਂ, ਤੁਸੀਂ ਵਿਕਾਸ ਤੇ ਡਿਵੈਲਪਮੈਂਟ ਦੀ ਰਾਜਨੀਤੀ ਚਾਹੁੰਦੇ ਹੋ, ਤੁਸੀਂ ਪਿਆਰ ਤੇ ਸਤਿਕਾਰ ਚਾਹੁੰਦੇ ਹੋ, ਤੁਸੀਂ ਆਪਣੇ ਮਸਲੇ ਹੱਲ ਕਰਾਉਣਾ ਚਾਹੁੰਦੇ ਹੋ। ਮੈਨੂੰ ਪੂਰੀ ਉਮੀਦ ਹੈ ਕਿ ਇੱਥੇ ਖੜੇ ਜਿੰਨੇ ਸਾਡੇ ਨੌਜਵਾਨ ਨੇ, ਜਿੰਨੀ ਸਾਡੀ ਭੈਣਾਂ ਨੇ ਤੇ ਜਿੰਨੇ ਸਾਡੇ ਵੀਰ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮਕਾਜ 70 ਸਾਲ ਤੋਂ ਤੁਸੀਂ ਦੇਖੇ ਨੇ। ਬਾਦਲ ਪਿੰਡ ਵੀ ਬਾਲਾ ਦੂਰ ਨਹੀਂ ਹੈਗਾ, ਹਲਕਾ ਬਠਿੰਡਾ ਵੀ ਬਾਲਾ ਦੂਰ ਨਹੀਂ ਹੈਗਾ ਤੇ ਸੁਖਬੀਰ ਜੀ ਦਾ ਜਲਾਲਾਬਾਦ ਵੀ ਬਹੁਤ ਦੂਰ ਨਹੀਂ ਹੈਗਾ। 70 ਸਾਲ ਤੋਂ ਬਾਦਲ ਸਾਹਿਬ ਦੇ ਕੰਮਕਾਜ ਤੁਸੀਂ ਦੇਖੇ, ਸ਼੍ਰੋਮਣੀ ਅਕਾਲੀ ਦਲ ਦੇ ਵੀ ਕੰਮਕਾਜ ਤੁਸੀਂ ਦੇਖੇ। ਕਦੇ ਝੂਠੇ ਲਾਰੇ ਨਹੀਂ ਲਾਏ, ਝੂਠੇ ਵਾਅਦੇ ਨਹੀਂ ਕੀਤੇ, ਝੂਠੀ ਸਹੁੰ ਤਾਂ ਭੁੱਲ ਜਾਓ ਤਾਂ ਕਦੇ ਸਾਡੇ ਖਿਆਲ 'ਚ ਵੀ ਨਹੀਂ ਆਇਆ ਕਿ ਅਸੀਂ ਗੁਰੂ ਦੀ ਇੰਨੀ ਵੱਡੀ ਬੇਅਦਬੀ ਕਰਕੇ ਝੂਠੀ ਸਹੁੰ ਖਾ ਲਈਏ। ਲੇਕਿਨ ਜਿਹੜੇ ਲੋਕਾਂ ਨੇ ਝੂਠੀ ਸਹੁੰ ਖਾਧੀਆਂ, ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ, ਉਸ ਕਾਂਗਰਸ ਪਾਰਟੀ ਨੂੰ, ਉਹਨਾਂ ਦੇ ਲੀਡਰਾਂ ਨੂੰ, ਉਹਨਾਂ ਦੇ ਵਰਕਰਾਂ ਨੂੰ ਤਾਂ ਉਹਨਾਂ ਦੇ ਵੋਟਰਾਂ ਨੂੰ ਵੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਬੇਅਦਬੀ ਦੇ ਵੱਡੇ ਵੱਡੇ ਗੱਲਾਂ ਤੁਸੀਂ ਕਰਦੇ ਹੋ। 84 'ਚ ਜੋ ਤੁਸੀਂ ਕੀਤਾ ਸਾਰੀ ਦੁਨੀਆ ਨੇ ਦੇਖਿਆ। ਚਲੋ ਤੁਸੀਂ ਭੁੱਲ ਗਏ, ਤੁਸੀਂ ਫੇਰ ਉਸ ਪਾਰਟੀ ਨਾਲ ਲੱਗੇ, ਲੇਕਿਨ 5 ਸਾਲ ਪਹਿਲੇ ਜਿਹੜੇ ਕਾਂਗਰਸੀਆਂ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਦਮਦਮਾ ਸਾਹਿਬ ਤਖਤ ਵੱਲ ਮੂੰਹ ਕਰਕੇ ਦਸਮ ਪਿਤਾ ਦੇ ਚਰਨਾਂ ਦੀ ਸਹੁੰ ਖਾਧੀ ਸੀ ਕਿ ਤੁਹਾਡੇ 4 ਹਫ਼ਤਿਆਂ 'ਚ ਨਸ਼ੇ ਵੀ ਮੁਕਤ ਕਰ ਦਾਂਗੇ, ਘਰ ਘਰ ਨੌਕਰੀ ਵੀ ਦੇ ਦਾਂਗੇ, ਕਿਸਾਨ ਦਾ ਕਰਜ਼ਾ ਮਾਫ ਤੇ 100 ਚੀਜ਼ਾਂ ਹੋਰ ਕੀਤੀਆਂ ਸੀਗੀਆਂ। ਤੁਸੀਂ ਸਾਰਿਆਂ ਨੇ ਉਸ ਸਟੇਜ 'ਤੇ ਖੜ ਕੇ ਤੁਸੀਂ ਨਾਰੇ ਲਾਏ ਸੀ, ਜਕਾਰੇ ਛੱਡੇ ਸੀ, ਮੁੜ ਕੇ ਜਾ ਕੇ ਲੋਕਾਂ ਨੂੰ ਆਹੀ ਵਾਅਦੇ ਕਰਕੇ ਤੁਸੀਂ ਆਪ ਤੇ ਕਾਮਯਾਬ ਹੋ ਕੇ ਇੰਨੀ ਵੱਡੀ ਸਰਕਾਰ ਵੀ ਬਣਾਈ ਸੀ। ਤੇ ਕੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣੀ ਬੇਅਦਬੀ ਨਹੀਂ ਹੁੰਦੀ ਹੈ? ਹੁੰਦੀ ਹੈ ਕਿ ਨਹੀਂ ਹੁੰਦੀ? ਤੁਸੀਂ ਦੱਸੋ। ਕਿਸੇ ਵੀ ਧਾਰਮਿਕ ਗ੍ਰੰਥ ਦਾ ਝੂਠਾ ਸਹੁੰ ਖਾਣਾ, ਝੂਠੀ ਸਹੁੰ ਖਾਣਾ ਕਿਸੇ ਧਰਮ 'ਚ ਉਹ ਬੇਅਦਬੀ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ ਹੈ?
ਜੇ ਮੰਨੀ ਜਾਂਦੀ ਹੈ ਤੁਸੀਂ ਉਸ ਗੱਲ ਦੇ ਚਸ਼ਮਦੀਦ ਗਵਾਹ ਹੋ ਕਿ ਨਹੀਂ ਕਿ ਕਾਂਗਰਸੀਆਂ ਨੇ ਤੁਹਾਡੇ ਅੱਖਾਂ ਦੇ ਸਾਹਮਣੇ ਖਾਧੀ ਤੇ ਕਾਂਗਰਸੀਆਂ ਦੇ ਅੱਖਾਂ ਦੇ ਸਾਹਮਣੇ ਖਾਧੀ ਤੇ ਫਿਰ ਉਹਦੇ ਉੱਤੇ ਤੁਸੀਂ ਦੁਬਾਰਾ ਕਾਂਗਰਸ ਨੂੰ ਵੋਟ ਲਾ ਕੇ ਜਦ ਮੋਹਰ ਲਾਉਂਦੇ ਹੋ ਕਿ ਰੱਬ ਦੇ ਦਰਬਾਰ 'ਚ ਤੁਸੀਂ ਜਵਾਬਦੇਹ ਹੋਵੋਗੇ ਗੁਨੇਗਾਰ ਹੋਵੋਗੇ ਕਿ ਨਹੀਂ ਹੋਵੋਗੇ ਇਹ ਉਹਨਾਂ ਨੂੰ ਸੋਚਣ ਦੀ ਲੋੜ ਹੈ। ਅੱਜ ਮੈਂ ਮਾਨ ਨਾਲ ਕਹਿ ਸਕਦੀ ਹਾਂ ਜੇ ਬਾਦਲ ਸਾਹਿਬ ਨੇ ਕਿਹਾ ਤੁਹਾਡੇ ਵੋਟਰਾਂ ਦੇ ਬਿੱਲ ਮਾਫ ਕਰਾਂਗੇ ਤੇ ਫਿਰ ਭਾਵੇਂ ਹਜ਼ਾਰਾਂ ਕਰੋੜਾਂ ਲੱਗ ਗਏ ਵਿਰੋਧੀ ਕਹਿੰਦੇ ਰਹੇ ਝੂਠ ਮਾਰਦੇ ਨੇ ਬਾਦਲ ਸਾਹਿਬ ਨੇ ਮੋਟਰ ਦੇ ਬਿੱਲ ਕਿਸਾਨ ਦੇ ਮਾਫ ਕੀਤੇ ਕਿ ਨਹੀਂ ਕੀਤੇ ਦੇਸ਼ ਵਿੱਚ ਕੋਈ ਵੀ ਹੋਰ ਸਰਕਾਰ ਹੈਗੀ ਕਿਸੇ ਕੋਨੇ ਦੇਸ਼ 'ਚ ਜਿਹਨੇ ਕਿਸਾਨ ਦੇ ਮੋਟਰ ਦੇ ਬਿੱਲ ਮਾਫ ਕੀਤੇ ਨੇ ਸਾਡੇ ਗਵਾਂਢ ਹਰਿਆਣੇ 'ਚ ਰਾਜਸਥਾਨ 'ਚ ਦੇਸ਼ ਦੇ ਕਿਸੇ ਸਰਕਾਰ ਨੇ ਮਾਫ ਕੀਤੇ ਨੇ ਕਿਸਾਨ ਦੇ ਮੋਟਰ ਦੇ ਬਿੱਲ ਸਰ ਬਾਦਲ ਦੀ ਦੇਣ ਜੋ ਕਿਹਾ ਉਹ ਕਰਕੇ ਦਿਖਾਇਆ ਜੇ ਕਿਹਾ ਗਰੀਬਾਂ ਦੇ ਬੱਚਿਆਂ ਦੇ ਢਿੱਡ ਭਰਨ ਵਾਸਤੇ ਆਟੇ ਦਾਲ ਦੀ ਮੈਂ ਸਹੂਲਤ ਦਵਾਂਗਾ ਆਹੀ ਕਾਂਗਰਸੀ ਕਹਿੰਦੇ ਸੀ ਝੂਠ ਮਾਰਦੇ ਖਜ਼ਾਨਾ ਖਾਲੀ ਨਹੀਂ ਦੇ ਸਕਦੇ ਝੂਠ ਮਾਰਦੇ ਦਿੱਤਾ ਕਿ ਨਹੀਂ ਦਿੱਤਾ ਸ਼ਗਨ ਦਿੱਤਾ ਪੈਨਸ਼ਨ ਦਿੱਤਾ ਕਿ ਨਹੀਂ ਦਿੱਤਾ ਆ ਭੈਣਾਂ ਬੈਠੀਆਂ ਨੇ ਤੁਸੀਂ ਦੱਸੋ ਸ਼ਗਨ ਤੇ ਪੈਨਸ਼ਨ ਤੁਹਾਨੂੰ ਮਿਲਦਾ ਸੀ ਕਿ ਨਹੀਂ ਆਟਾ ਦਾਲ ਮਿਲਦਾ ਸੀ ਕਿ ਨਹੀਂ ਦਿੱਤਾ ਭੈਣਾਂ ਕਹਿੰਦੀਆਂ ਨੇ ਦਿੱਤਾ ਸੀ ਕਦੇ ਝੂਠ ਨਹੀਂ ਬੋਲਿਆ ਜੋ ਕਿਹਾ ਉਹ ਕਰਕੇ ਦਿਖਾਇਆ ਬਾਬੇ ਨਾਨਕ ਦੀ ਤਕੜੀ ਤੋਂ ਘੱਟ ਨਹੀਂ ਆ ਤਕੜੀ ਸਾਡੇ ਵਾਸਤੇ ਤੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡਾ ਅਹਿਸਾਨ ਕੀਤਾ ਬਹੁਤ ਵੱਡਾ ਆਸ਼ੀਰਵਾਦ ਦੇ ਕੇ ਇਸ ਇਲਾਕੇ ਤੋਂ ਉਹਨਾਂ ਦੇ ਬਾਦਲ ਸਾਹਿਬ ਦੇ ਥੱਲੇ 25 ਸਾਲ ਕੰਮ ਹੀ ਨਹੀਂ ਕੀਤਾ ਲੇਕਿਨ ਉਸ ਪਿਓ ਦਾ ਖੂਨ ਉਹਨਾਂ ਦੇ ਰਗਾਂ 'ਚ ਨਹੀਂ ਵਗਦਾ ਹੈ ਇੱਕ ਚੀਜ਼ ਬਾਦਲ ਸਾਹਿਬ ਨੇ ਕਹੀ ਸੁਖਬੀਰ ਜੀ ਨੂੰ ਕਾਕਾ ਜੋ ਮਰਜ਼ੀ ਕਹੀ ਲੇਕਿਨ ਲੋਕਾਂ ਨੂੰ ਜਵਾਨ ਦੇ ਕੇ ਪਿੱਛੇ ਨਾ ਮੁੜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਨੁਮਾਇੰਦਗੀ ਜਥੇਬੰਦੀ ਹੈ ਅੱਜ ਤੁਹਾਨੂੰ ਕੋਈ ਪੁੱਛੇ ਕਿ ਆਹ ਪੰਜਾ ਦੇਖ ਲਓ ਇਹ ਪੰਜੇ ਦੇ ਸਿੰਬਲ ਨੂੰ ਦੱਸੋ ਇਹ ਕਿੱਥੇ ਦੀ ਸਰਕਾਰ ਹੈ ਪੰਜਾ ਦੇਖ ਕੇ ਕੋਈ ਕਹੂਗਾ ਇਹ ਰਾਜਸਥਾਨ ਦੀ ਹੈ ਕੋਈ ਕਹੂਗਾ ਮਹਾਰਾਸ਼ਟਰ ਦੀ ਕੋਈ ਕਹੂਗਾ ਗਾਂਧੀ ਪਰਿਵਾਰ ਦੀ ਹੈਗੀ ਪਾਰਟੀ ਜੇ ਤੁਸੀਂ ਕਮਲ ਦਾ ਫੁੱਲ ਦਿਖਾ ਦਿਓ ਕਹਿਣਗੇ ਮੋਦੀ ਦੀ ਹੈਗੀ ਹਰਿਆਣੇ ਦੀ ਹੈਗੀ ਜੇ ਤੁਸੀਂ ਝਾੜੂ ਦਿਖਾ ਦਿਓ ਕਹਿਣਗੇ ਦਿੱਲੀ ਦੀ ਹੈਗੀ ਕੇਜਰੀਵਾਲ ਦੀ ਹੈਗੀ ਲੇਕਿਨ ਤਕੜੀ ਤੁਸੀਂ ਦੁਨੀਆ 'ਚ ਕਿਲਮ ਦਿਖਾ ਦਿਓ क्योंकि पंजाब तो इलावा नहीं कि पंजाब से चोन हार गए हूं राजस्थान चले जाओ हूं महाराष्ट्र चले जाओ हूं किते होर चले जाओ हारिए जितिए रहना थोड़े विच 5 साल फिर मुड़ के थोड़े कोल आना है जे झूठे लारे वादे करांगे तुसी सानू मुंह नहीं लाना है जिस करके मैं आज थानू बेनती कर रही हां कि इस इलाके दा तुसी भविख बदलना है डॉक्टर रिन्वा जी नू कामयाब करो मैं दावे नाल कह सकदी हां जिस तरह का आशीर्वाद तुसी सुखबीर जी नू दिता है मैनू पता है नहरी पानी की घाट कितनी वड्डी समस्या होंदी है ते तुहानू पता है सुखबीर जी ने 13 नुक्ती प्रोग्राम च वादा किया है किसानां वास्ते जिथे उन्होंने कहा कि हर किसान नू अपनी खेती वास्ते 10 रुपए लीटर डीजल घट दिता जाऊगा ਮਜੀਠੀਆ ਤੇ ਦਰਜ ਐਫਆਈਆਰ ਨੂੰ ਲੈ ਕੇ ਬੰਟੀ ਰੋਮਾਣਾ ਦਾ ਕਾਂਗਰਸ ਤੇ ਹਮਲਾ ਪੁੱਛੇ 5 ਸਵਾਲ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮਜੀਠੀਆ ਉੱਤੇ ਦਰਜ ਐਫਆਈਆਰ ਨੂੰ ਲੈ ਕੇ ਕਾਂਗਰਸ ਸਰਕਾਰ ਤੇ ਹਮਲਾ ਬੋਲਿਆ ਤੇ 5 ਸਵਾਲ ਕੀਤੇ ਹਨ। ਬੰਟੀ ਰੋਮਾਣਾ ਨੇ ਕਿਹਾ ਹੈ ਕਿ ਮਜੀਠੀਆ ਉੱਤੇ ਮਨਘੜਤ ਝੂਠੀ ਬੇਬੁਨਿਆਦੀ ਐਫਆਈਆਰ ਦਰਜ ਕੀਤੀ ਗਈ ਹੈ। ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਝੂਠੀ ਬੇਬੁਨਿਆਦ ਐਫਆਈਆਰ ਦਰਜ ਕਰਕੇ 3 ਸਾਲ ਪਹਿਲਾਂ ਬੰਦ ਕੀਤੇ ਗਏ ਮਾਮਲੇ ਨੂੰ ਮੁੜ ਰੰਜਿਸ਼ ਲਈ ਉਠਾਇਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਵਿਕਰਮ ਮਜੀਠੀਆ ਦੇ ਅਕਸ ਨੂੰ ਖਰਾਬ ਕਰਨ ਲਈ ਸਰਕਾਰ ਵੱਲੋਂ ਕੁਝ ਚੋਣਵੀਆਂ ਰਿਪੋਰਟਾਂ ਲਈ ਕੀਤੀਆਂ ਗਈਆਂ ਹਨ। ਸਾਰਿਆਂ ਦਾ ਧੰਨਵਾਦ ਜੀ। ਸੌਰੀ ਥੋੜਾ ਲੇਟ ਹੋ ਗਏ ਪਰ ਅੱਜ ਦਾ ਇਸ਼ੂ ਬੜਾ ਇੰਪੋਰਟੈਂਟ ਹੈ ਜਿਹੜਾ ਤੁਹਾਡੇ ਕੁਝ ਪੁਆਇੰਟਸ ਕੁਝ ਤੱਥ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਤਾਈਂ ਸੱਚ ਜਾਂਦਾ ਰਹੇ ਪੰਜਾਬ ਦੇ ਲੋਕ ਇਸ ਗੱਲ ਤੋਂ ਜਾਣੂ ਹੋਣ ਕਿ ਇਹ ਸਰਕਾਰ ਕਿਸ ਹੱਦ ਤੱਕ ਆਪਦੇ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਵਾਸਤੇ ਝੂਠੇ ਕੇਸਾਂ 'ਚ ਫਸਾਉਣ ਵਾਸਤੇ ਉਹਨਾਂ ਦੀਆਂ ਰੈਪੂਟੇਸ਼ਨਸ ਨੂੰ ਢਾਹ ਲਾਉਣ ਵਾਸਤੇ ਇਹ ਸਰਕਾਰ ਕਿਸ ਹੱਦ ਤੱਕ ਜਾ ਰਹੀ ਹੈ ਕਿਸ ਹੱਦ ਤੱਕ ਜਾ ਸਕਦੀ ਹੈ ਤੁਹਾਡੇ ਰਾਹੀਂ ਲੋਕਾਂ ਤਾਈਂ ਜਾਂਦੀ ਰਹੇ ਇਹ ਗੱਲ। ਮੈਂ ਕੁਝ ਦਿਨ ਪਹਿਲਾਂ ਤੁਹਾਡੇ ਰਾਹੀਂ ਇਹ ਗੱਲ ਪੰਜਾਬ ਦੇ ਲੋਕਾਂ ਤੱਕ ਰੱਖੀ ਸੀ ਕਿ ਕਿਵੇਂ ਇੱਕ ਬਿਲਕੁਲ ਝੂਠੀ ਬੇਬੁਨਿਆਦ ਮਨਘੜਤ ਐਫਆਈਆਰ ਬਣਾ ਕੇ ਜਿਸ ਐਫਆਈਆਰ ਦੇ ਕੋਈ ਪੈਰ ਨਹੀਂ ਸੀ ਇੱਕ ਇਹੋ ਜਿਹੇ ਅਫਸਰ ਤੋਂ ਤਿਆਰ ਕਰਾ ਕੇ
ਜਿਹਦੀ ਪਰਸਨਲ ਰੰਜਿਸ਼ ਸਟ੍ਰੇਨਡ ਰਿਲੇਸ਼ਨਸ ਇਸ ਪਰਿਵਾਰ ਨਾਲ ਸੀ, ਜਿਹੜਾ ਕੇਸ ਪਿਛਲੇ 3 ਸਾਲ ਤੋਂ ਬੰਦ ਹੋ ਚੁੱਕਿਆ ਸੀ, ਕਿਵੇਂ ਉਹ ਕੇਸ ਨੂੰ ਬਿਨਾਂ ਹਾਇਰ ਕੋਰਟ ਦੀ ਪਰਮਿਸ਼ਨ ਤੋਂ ਖੋਲ ਕੇ ਇੱਕ FIR ਕੀਤੀ ਜਾਂਦੀ ਹੈ। ਤੁਹਾਡੇ ਰਾਹੀਂ ਲੋਕਾਂ ਤੱਕ ਇਹ ਗੱਲ ਗਈ। ਉਸ ਤੋਂ ਬਾਅਦ ਇਸ ਸਰਕਾਰ ਨੇ ਇੱਕ ਜਿਹਨੂੰ ਆਪਾਂ ਕਹੀਏ ਸਲੈਂਡਰ ਕੈਂਪੇਨ ਸ਼ੁਰੂ ਕੀਤਾ, ਸਿਲੈਕਟਿਵ ਲੀਕਸ ਮੀਡੀਆ ਤਾਈਂ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਰੈਪੂਟੇਸ਼ਨ ਨੂੰ ਟਾਰਨਿਸ਼ ਕਰਨ ਵਾਸਤੇ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭਰਮ ਫੈਲਾਉਣ ਵਾਸਤੇ ਕਈ ਸਿਲੈਕਟਿਵ ਰਿਪੋਰਟਾਂ ਲੀਕ ਕੀਤੀਆਂ ਗਈਆਂ। ਉਹਦੇ 'ਚ ਵੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਾਈ ਕੋਰਟ 'ਚ ਪਿਛਲੇ FIR ਦਰਜ ਕਰਨ ਵੇਲੇ ਜਿਵੇਂ ਸਿਲੈਕਟਿਵ ਰਿਪੋਰਟਾਂ ਵਿੱਚ FIR 'ਚ ਪਾਈਆਂ ਗਈਆਂ ਸਾਰੇ ਤੱਥ ਨਹੀਂ ਰੱਖੇ ਗਏ, ਉਸੇ ਤਰ੍ਹਾਂ ਇਹਦੇ 'ਚ ਵੀ ਸਾਰੇ ਤੱਥ ਨਹੀਂ ਰੱਖੇ ਜਾਂਦੇ। ਹੁਣ ਕੱਲ ਪਰਸੋਂ ਮੈਂ ਇੱਕ ਖਬਰ ਪੜ੍ਹ ਰਿਹਾ ਸੀ, ਇੱਕ ਸੋਰਸਿਸ ਤੋਂ ਖਬਰ ਲਵਾਈ ਕਿ ओल्ड प्रोब लिंक्स बिक्रम मजीठिया टू गैंगस्टर जग्गू भगवानपुरिया। एक खबर सिलैक्टिवली लीक करके कुछ अखबारां च लवाई जाती है। ये नहीं दस्या जाता कि उस रिपोर्ट का ऑथर कौन है, उस रिपोर्ट नूं लिखण वाला कौन है, उस रिपोर्ट नूं तैयार करने वाला कौन है। नो प्राइजेस फॉर गैसिंग, उस रिपोर्ट नूं तैयार करने वाला भी कुंवर विजय प्रताप है, जिहड़ा ਜਿਹਨੂੰ ਨੌਕਰੀ ਛੱਡਣੀ ਪਈ ਬੇਅਦਬੀ ਵਾਲੇ ਮੁੱਦਿਆਂ ਤੇ ਮਨ ਘੜਤ ਰਿਪੋਰਟਾਂ ਤਿਆਰ ਕਰਨ ਕਰਕੇ ਜਦੋਂ ਹਾਈ ਕੋਰਟ ਨੇ ਝਾੜ ਪਈ ਉਹਨੂੰ ਰਿਜ਼ਾਈਨ ਕਰਨਾ ਪਿਆ। ਉਸ ਕੁੰਵਰ ਵਿਜੇ ਪ੍ਰਤਾਪ ਤੋਂ ਇਹ ਰਿਪੋਰਟ ਤਿਆਰ ਕਰਾ ਕੇ ਤੇ ਉਹਨੂੰ ਤੱਥਾਂ ਵਜੋਂ ਪੇਸ਼ ਕੀਤਾ ਜਾ ਰਿਹਾ। ਹੁਣ ਜੱਗੂ ਭਗਵਾਨਪੁਰੀਏ ਨਾਲ ਕਿਹਦੀਆਂ ਸਾਂਝਾਂ, ਕੌਣ ਲੜਾਈ ਲੜਿਆ ਉਹਦੇ, ਇਹ ਤੁਹਾਡੇ ਤੋਂ ਤਾਂ ਗੱਲ ਲੁਕੀ ਨਹੀਂ। ਤੁਸੀਂ ਇੱਥੇ ਅਨੇਕਾਂ ਪ੍ਰੈਸ ਕਾਨਫਰੰਸਿਸ ਕੀਤੀਆਂ ਜਿੱਥੇ सरदार बिक्रम सिंह मजीठिया ने जग्गू भगवानपुरीए वालों जेल च बैठ के किवें आपदा क्राइम का सिंडिकेट चलाया जा रहा है थोड़े सामने तत्थां समेत रखी। किवें ओदी माता जो सुखी रंधावा दे हलके च अनअपोज्ड सरपंच बनाए जाते हैं, जिन्हां दी तूती बोलदी आ उस हलके च, उस जग्गू भगवानपुरीए नूं जेल च एक फ्री रन दिता जाता है ते जेल मिनिस्टर कौन है, सुखी रंधावा। वीडियो कॉल्स जेल दियां सामने आउंदियां, बर्थडे पार्टीज जग्गू भगवानपुरीए दियां जेल च मनाईयां जांदियां ते जदों ये चीज़ां सरदार बिक्रम सिंह मजीठिया ने प्रेस सामने लोकां दे सामने रखियां, तुसीं ये भी गल नूं भली भांत जाणदे हो कि किवें जेल चों बैठे उन्हां लोकां ने, उन्हां गैंगस्टर्स ने शरेआम सोशल मीडिया ते सरदार बिक्रम सिंह मजीठिया नूं जानों मारन दीयां धमकियां भी दित्तियां गईयां। ਉਹ ਪ੍ਰੂਫ ਵੀ ਤੁਹਾਡੇ ਸਾਹਮਣੇ ਰੱਖੇ। ਇੱਕ ਐਡੇ ਸੀਨੀਅਰ ਲੀਡਰ ਨੂੰ ਥ੍ਰੈਟਨ ਕੀਤਾ ਜਾਂਦਾ ਹੈ। ਡੀਜੀਪੀ ਨੂੰ ਸਥਾਪਨਾ ਦਿਵਸ ਮੌਕੇ ਤੇ ਡੋਰੀ ਖਿੱਚਦੇ ਹੀ ਡਿੱਗਾ ਕਾਂਗਰਸ ਦਾ ਝੰਡਾ। ਸਥਾਪਨਾ ਦਿਵਸ ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਇੱਕ ਅਜੀਬ ਘਟਨਾ ਵਾਪਰੀ ਹੈ। ਸੋਨੀਆ ਮੰਗਲਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ 'ਚ ਪਾਰਟੀ ਦਾ ਝੰਡਾ ਲਹਿਰਾਉਣ ਪਹੁੰਚੀ ਸੀ, ਪਰ ਜਿਵੇਂ ਹੀ ਉਹਨਾਂ ਨੇ ਡੋਰੀ ਖਿੱਚੀ ਤਾਂ ਝੰਡਾ ਉਹਨਾਂ ਤੇ ਡਿੱਗ ਗਿਆ। ਸੋਨੀਆ ਕਾਂਗਰਸ ਦੇ 137ਵੇਂ ਸਥਾਪਨਾ ਦਿਵਸ ਮੌਕੇ ਤੇ ਪਾਰਟੀ ਦਫ਼ਤਰ ਪਹੁੰਚੀ ਸੀ। ਜਦੋਂ ਸੋਨੀਆ ਨੇ ਪਾਰਟੀ ਦੇ ਝੰਡੇ ਦੀ ਡੋਰੀ ਖਿੱਚੀ ਤਾਂ ਉੱਥੇ ਇੱਕ ਵਰਕਰ ਵੀ ਮੌਜੂਦ ਸੀ। ਉਸਨੇ ਝੰਡਾ ਲਹਿਰਾ ਕੇ ਸੋਨੀਆ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਝੰਡਾ ਉਹਨਾਂ ਤੇ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਮੌਜੂਦ ਸਾਰੇ ਕਾਂਗਰਸੀ ਹੈਰਾਨ ਰਹਿ ਗਏ। ਇਸ ਤੋਂ ਬਾਅਦ ਇੱਕ ਮਹਿਲਾ ਕਰਮਚਾਰੀ ਦੌੜ ਕੇ ਆਈ ਅਤੇ ਉਸਨੇ ਵੀ ਝੰਡਾ ਲਹਿਰਾਉਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਜਿਹਾ ਨਹੀਂ ਹੋ ਸਕਿਆ। ਆਖਿਰ ਸੋਨੀਆ ਗਾਂਧੀ ਨੇ ਪਾਰਟੀ ਦਾ ਝੰਡਾ ਆਪਣੇ ਹੱਥਾਂ ਨਾਲ ਲਹਿਰਾਇਆ। ਇਸ ਪੂਰੀ ਘਟਨਾ ਦੌਰਾਨ ਸੋਨੀਆ ਕਿਤੇ ਵੀ ਵਿਗੜਦੀ ਨਜ਼ਰ ਨਹੀਂ ਆਈ, ਉਹ ਪੂਰੀ ਤਰ੍ਹਾਂ ਸ਼ਾਂਤ ਰਹੀ। ਸਥਾਪਨਾ ਦਿਵਸ ਮੌਕੇ ਤੇ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸਾਡੀ ਵਿਰਾਸਤ ਗੰਗਾ ਜਮੁਨਾ ਸੱਭਿਆਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦਾ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਲੋਕਤੰਤਰ ਅਤੇ ਸੰਵਿਧਾਨ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ 'ਚ ਕਾਂਗਰਸ ਚੁੱਪ ਨਹੀਂ ਰਹਿ ਸਕਦੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰਾਹੁਲ ਗਾਂਧੀ ਨੇ ਇਸ ਮੌਕੇ ਤੇ ਟਵੀਟ ਕਰਕੇ ਕਿਹਾ ਕਿ ਅਸੀਂ ਕਾਂਗਰਸ ਹਾਂ, ਅਸੀਂ ਕਾਂਗਰਸੀ ਹਾਂ, ਉਹ ਪਾਰਟੀ ਨੇ ਜਿਸ ਨੇ ਸਾਡੇ ਦੇਸ਼ 'ਚ ਲੋਕਤੰਤਰ ਸਥਾਪਿਤ ਕੀਤਾ ਅਤੇ ਸਾਨੂੰ ਇਸ ਵਿਰਾਸਤ ਤੇ ਮਾਣ ਹੈ। ਬ੍ਰਾਜ਼ੀਲ 'ਚ ਹੜ੍ਹ ਨਾਲ ਭਾਰੀ ਤਬਾਹੀ, 18 ਲੋਕਾਂ ਦੀ ਮੌਤ, 40 ਸ਼ਹਿਰ ਪ੍ਰਭਾਵਿਤ।
ਬ੍ਰਾਜ਼ੀਲ 'ਚ ਆਏ ਭਿਆਨਕ ਹੜ੍ਹ ਦੇ ਨਾਲ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 280 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। CNN ਨੇ ਸੋਮਵਾਰ ਨੂੰ ਗਵਰਨਰ ਰੂਈ ਕੋਸਟਾ ਦੇ ਹਵਾਲੇ ਤੋਂ ਦੱਸਿਆ ਹੈ ਕਿ ਹੜ੍ਹ ਨਾਲ ਬਾਈਆਂ ਪ੍ਰਾਂਤ ਦੇ ਕਰੀਬ 40 ਸ਼ਹਿਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਹੈ ਕਿ ਇਹ ਬਹੁਤ ਵੱਡੀ ਤਰਾਸਦੀ ਹੈ। ਮੈਂ ਬਾਈਆਂ ਦੇ ਹਾਲ ਹੀ ਦੇ ਇਤਿਹਾਸ ਵਿੱਚ ਅਜਿਹਾ ਕੁਝ ਦੇਖਿਆ ਹੋਵੇ ਯਾਦ ਨਹੀਂ ਹੈ। ਸ਼ਹਿਰਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਇਹ ਸੱਚਮੁੱਚ ਬਹੁਤ ਭਿਆਨਕ ਹੈ। ਬਹੁਤ ਸਾਰੇ ਘਰ ਅਤੇ ਸੜਕਾਂ ਪਾਣੀ ਨਾਲ ਡੁੱਬੀਆਂ ਹੋਈਆਂ ਹਨ। ਬਾਈਆਂ ਦੇ ਸਿਵਲ ਡਿਫੈਂਸ ਐਂਡ ਸਿਕਿਉਰਿਟੀ ਏਜੰਸੀ ਮੁਤਾਬਿਕ ਹੜ੍ਹ ਕਾਰਨ 35,000 ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣੇ ਪਏ ਹਨ। ਇਸ ਦੌਰਾਨ ਸ਼ਨੀਵਾਰ ਦੇਰ ਸ਼ਾਮ ਇਟਾਬੇ ਕਸਬੇ ਵਿੱਚ ਭਾਰੀ ਮੀਂਹ ਕਾਰਨ ਬੰਨ੍ਹ ਟੁੱਟ ਗਿਆ। ਬ੍ਰਾਜ਼ੀਲ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਟਰੋਲੋਜੀ ਨੇ ਲਗਭਗ ਪੂਰੇ ਬਾਈਆਂ ਸੂਬੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਸੋਮਵਾਰ ਅਤੇ ਮੰਗਲਵਾਰ ਨੂੰ ਸਥਿਤੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਕਾਨਪੁਰ 'ਚ ਪੀਐਮ ਮੋਦੀ ਨੇ IIT ਦੇ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ 'ਚ ਆਰਾਮ ਨਹੀਂ, ਚੁਣੌਤੀ ਚੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਨਪੁਰ ਵਿੱਚ ਹਨ। ਉਹ IIT ਕਾਨਪੁਰ ਦੇ 94ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਿਲ ਹੋਏ ਹਨ। ਇਸ ਤੋਂ ਬਾਅਦ ਉਹ ਕਾਨਪੁਰ ਵਿੱਚ ਕਰੀਬ 11,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਵੀ ਕਰਨਗੇ। ਪੀਐਮ ਮੋਦੀ ਨੇ ਕਿਹਾ ਹੈ ਕਿ ਜਦੋਂ ਦੇਸ਼ ਦੀ ਆਜ਼ਾਦੀ ਦੇ 25 ਸਾਲ ਪੂਰੇ ਹੋਏ ਉਦੋਂ ਤੱਕ ਸਾਨੂੰ ਵੀ ਆਪਣੇ ਪੈਰਾਂ ਤੇ ਖੜੇ ਹੋਣ ਲਈ ਬਹੁਤ ਕੁਝ ਕਰਨਾ ਚਾਹੀਦਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਹੈ। ਦੇਸ਼ ਦਾ ਬਹੁਤ ਸਮਾਂ ਖਰਾਬ ਹੋ ਚੁੱਕਾ ਹੈ। 2 ਪੀੜ੍ਹੀਆਂ ਬੀਤ ਗਈਆਂ ਹਨ। ਇਸ ਲਈ ਸਾਨੂੰ 2 ਪਲ ਵੀ ਗਵਾਉਣ ਦੀ ਲੋੜ ਨਹੀਂ ਹੈ। यूपी के मुख्यमंत्री योगी आदित्यनाथ जी, डॉक्टर के राधाकृष्णन जी, प्रोफेसर अभय करंदीकर जी, IIT कानपुर के प्रोफेसर्स, सभी स्टूडेंट्स, अन्य महानुभाव और इस ऐतिहासिक संस्थान से डिग्री प्राप्त कर रहे हैं, सम्मानित हो रहे हैं अन्य सभी वरिष्ठ महानुभाव। आज कानपुर के लिए दोहरी खुशी का दिन है। आज एक तरफ कानपुर को मेट्रो जैसी सुविधा मिल रही है, वहीं दूसरी ओर IIT कानपुर से टेक्नोलॉजी की दुनिया को आप जैसे अनमोल उपहार भी मिल रहे हैं। मैं अपने हर युवा साथी को ढेरों शुभकामनाएं देता हूं। आज जिन स्टूडेंट्स को सम्मान मिला है उन्हें भी बहुत बहुत बधाई। आप आज जहां पहुंचे हैं, आपने जो योग्यता हासिल की है उसके पीछे आपके माता पिता, आपके परिवार के लोग, आपके टीचर्स, आपके प्रोफेसर्स, ऐसे अनगिनत लोग होंगे। उन सबकी बहुत मेहनत रही है, कुछ न कुछ योगदान रहा है। मैं आज आपके जीवन को घड़ने में जिन जिन का योगदान रहा है, मैं उन सभी का भी, विशेष करके आपके माता पिता का हृदय से अभिनंदन करता हूं। साथियों, आपने जब IIT कानपुर में प्रवेश लिया था और अब जब आप यहां से निकल रहे हैं, तब और अब में आप अपने में बहुत बड़ा परिवर्तन महसूस कर रहे होंगे। यहां आने से पहले
एक फियर ऑफ अननोन होगा, एक क्वेरी ऑफ अननोन होगी। पहले आपकी नॉलेज, आपकी क्वेरीज का दायरा, आपका स्कूल, कॉलेज, आपके मित्र, आपका परिवार, आपके अपनों के बीच सिमटा हुआ था। आईआईटी कानपुर ने आपको उससे बाहर निकालकर एक बहुत बड़ा कैनवास दिया है। अब फियर ऑफ अननोन नहीं है, अब आप पूरी दुनिया को एक्सप्लोर करने का हौसला लेकर के आगे बढ़ रहे हैं। अब क्वेरी ऑफ अननोन नहीं है, अब क्वेस्ट फॉर द बेस्ट पूरी दुनिया पर छा जाने का सपना है। और जितनी लर्निंग आपकी क्लासरूम में हुई, या जितना आपको अपनी क्लास में सीखने को मिला, उतना ही आपने अपने क्लासरूम के बाहर अपने साथियों के बीच एक्सपीरियंस किया है। क्लासरूम में आपके विचारों का, आपके आइडियाज का विस्तार हुआ। क्लासरूम के बाहर आपके व्यक्तित्व का विस्तार हुआ, आपकी पर्सनालिटी विकसित हुई है। आपने आईआईटी कानपुर में जो अर्जित किया, जो विचार समृद्ध हुए, वो एक ऐसी मजबूत फाउंडेशन है, फोर्स है, जिसकी शक्ति से आप जहां भी जाएंगे वहां कुछ नया करेंगे, अनोखा करेंगे, कुछ वैल्यू एडिशन करेंगे। आपकी आज की ट्रेनिंग, आपकी स्किल, आपकी नॉलेज, आपका ज्ञान निश्चित तौर पर आपको प्रैक्टिकल वर्ल्ड में मजबूती से जगह बनाने में बहुत मदद करेगा। लेकिन यहां आपका जो व्यक्तित्व विकसित हुआ है, वो आपको ऐसी ताकत देगा जिससे आप सोसाइटी एज अ होल उसका भला करेंगे, अपने समाज, अपने देश को एक नया सामर्थ्य देंगे। साथियों, आपने यहां आईआईटी की भव्य लीगेसी के हिस्टोरिकल पीरियड को जिया है। आपने विविधताओं से भरे भारत के वैभव के साथ वर्तमान को जिया है। भव्य लीगेसी और वाइब्रेंट प्रेजेंट, इन दो पिलर्स पर, इन दो पटरियों पर आज आप अपने उज्जवल भविष्य की यात्रा शुरू कर रहे हैं। ये यात्रा शुभ हो, देश के लिए सफलताओं से भरी हो। आज जब आपके बीच हूं तो मैं यही कहूंगा, मेरी आप सबसे यही कामना रहेगी। साथियों, इस साल भारत ने अपनी आजादी के 75वें वर्ष में प्रवेश किया है। हम सभी अमृत महोत्सव मना रहे हैं। आपने जहेज शहर में अपनी डिग्री पाई है। उस कानपुर का अपना शानदार इतिहास रहा है। कानपुर भारत के उन कुछ चुनिंदा शहरों में से हैं जो इतना डाइवर्स है। सत्ती चौरा घाट से लेकर मदारी पासी तक, नाना साहब से लेकर बटुकेश्वर दत्त तक, जब हम इस शहर की सैर करते हैं
तो ऐसा लगता है जैसे हम स्वतंत्र संग्राम के बलिदानों के गौरव की, उस गौरवशाली अतीत की सैर कर रहे हैं। इन स्मृतियों के बीच आप सभी पर देश को अगले 25 वर्षों तक दिशा देने, देश को गति देने का दायित्व है। अब कल्पना करिए, जब 1930 में 1930 में दांडी यात्रा शुरू हुई थी, तब उस यात्रा ने उस टाइम पीरियड को, पूरे देश को कितना आंदोलित कर दिया था। उस समय देश जितना चार्ज था, उसने आजादी के लिए भारत के जन जन में एक अभूतपूर्व विश्वास पैदा कर दिया था। हर भारतवासी के मन में विजय का विश्वास भर दिया था। 1930 के उस दौर में जो 20-25 साल के नौजवान थे, 1947 तक उनकी यात्रा और 1947 में आजादी की सिद्धि उनके जीवन का गोल्डन फेज थी। आज आप भी एक तरह से उस जैसी ही गोल्डन एरिया में कदम रख रहे हैं। ये गोल्डन एरा है आपके लिए। जैसे राष्ट्र के जीवन का अमृत काल है, वैसे ही ये आपके जीवन का भी अमृत काल है। अमृत महोत्सव की इस घड़ी में जब आप आईआईटी की लीगेसी लेकर निकल रहे हैं, तो उन सपनों को भी लेकर निकले कि 2047 का भारत कैसा होगा। आने वाले 25 सालों में भारत की विकास यात्रा की बागडोर आपको ही संभालनी है। जब आप अपने जीवन के 50 साल पूरे कर रहे होंगे, उस समय का भारत कैसा होगा, उसके लिए आपको अभी से ही काम करना होगा। और मुझे पता है, कानपुर आईआईटी ने, यहां के माहौल ने आपको वो ताकत दी है कि अब आपको अपने सपने पूरे करने से कोई रोक नहीं सकता। ये दौर, ये 21वीं सदी पूरी तरह टेक्नोलॉजी ड्रिवन है। इस दशक में भी टेक्नोलॉजी अलग अलग क्षेत्रों में अपना दबदबा और बढ़ाने वाली है। बिना टेक्नोलॉजी के जीवन अब एक तरह से अधूरा ही होगा। ये जीवन और टेक्नोलॉजी की स्पर्धा का युग है और मुझे विश्वास है कि इसमें आप जरूर आगे निकलेंगे। आपने अपनी जवानी के इतने महत्वपूर्ण वर्ष टेक्नोलॉजी का एक्सपर्ट बनने में लगाए हैं। आपके लिए इससे बड़ा अवसर और क्या होगा। आपके पास तो भारत के साथ ही पूरे विश्व में टेक्नोलॉजी के क्षेत्र में योगदान करने का बहुत बड़ा अवसर है। साथियों, हमारी आईआईटीज तो हमेशा टैलेंट और टेक्नोलॉजी की इंक्यूबेशन सेंटर रही है और आईआईटी कानपुर की तो अपनी एक अलग ही रेपुटेशन रही है। आपने अपनी खुद की कंपनी एक्वा फ्रंट इंफ्रास्ट्रक्चर के जरिए बनारस के
खिड़किया घाट पर दुनिया का जो पहला फ्लोटिंग सीएनजी फिलिंग स्टेशन विकसित किया है वो बेहतरीन है। इसी तरह आपने एग्रीकल्चर के क्षेत्र में स्टेट ऑफ आर्ट टेक्नोलॉजी विकसित की है। दुनिया की पहली पोर्टेबल सॉइल टेस्टिंग किट बनाई है। 5G टेक्नोलॉजी में तो आईआईटी कानपुर का काम ग्लोबल स्टैंडर्ड्स का हिस्सा बन चुका है। ये संस्थान ऐसी अनेक सफलताओं के लिए बधाई का पात्र है। ऐसे में आपकी जिम्मेदारियां भी कई गुना बढ़ गई हैं। आज आर्टिफिशियल इंटेलिजेंस के क्षेत्र में, एनर्जी एंड क्लाइमेट सॉल्यूशंस में, हाईटेक इंफ्रास्ट्रक्चर के क्षेत्र में देश के सामने बहुत बड़ा स्कोप है। हेल्थ जैसे सेक्टर भी आज टेक्नोलॉजी ड्रिवन होते जा रहे हैं। हम एक डिजिटल डायग्नोसिस के एरा में है, रोबोट असिस्टेड ट्रीटमेंट के एरा में पैर रख रहे हैं। हेल्थ डिवाइसेस अब घर की एसेंशियल बन गई है। डिजास्टर मैनेजमेंट में चुनौतियों का सामना भी हम टेक्नोलॉजी के जरिए ही कर सकते हैं। आप कल्पना करिए, हम कितनी व्यापक संभावनाओं के गेट पर खड़े हैं। ये संभावनाएं आपके लिए हैं। इनमें आपकी बहुत बड़ी भूमिका है। ये आपके लिए देश के प्रति केवल जिम्मेदारियां नहीं, बल्कि ये वो सपने हैं जिन्हें हमारी कितनी ही पीढ़ियों ने जिया है। लेकिन उन सपनों को साकार करने का, एक आधुनिक भारत बनाने का वो सौभाग्य आपको मिला है, आपकी पीढ़ी को मिला है। साथियों, आज आप 21वीं सदी के जिस कालखंड में हैं, वो बड़े लक्ष्य तय करने और उन्हें प्राप्त करने के लिए पूरी शक्ति लगा देने का है। जो सोच और एटीट्यूड आज आपका है, वही एटीट्यूड देश का भी है। पहले अगर सोच काम चलाने की होती थी, तो आज सोच कुछ कर गुजरने की, काम करके नतीजे लाने की है। पहले अगर समस्याओं से लाने की है, पहले अगर समस्याओं से पीछा छुड़ाने की कोशिश होती थी, तो आज समस्याओं के समाधान के लिए संकल्प लिए जाते हैं। समाधान वो भी स्थायी, स्टेबल सॉल्यूशंस। आत्मनिर्भर भारत इसका बहुत बड़ा उदाहरण है। साथियों, हम सभी ने देखा है कि परिवार में भी जब कोई 20-22 साल का हो जाता है, तो घर के बड़े बुजुर्ग बार बार सुनाते हैं कि अब समय आ गया है, अपने पैरों पर खड़े हो जाओ। और मुझे पक्का विश्वास है, आप जब यहां से घर अब जाओगे जरा मिलने के लिए माता पिता को, तो पहला यही सुनोगे कि भाई अब मेरा काम पूरा हो गया, अब अपने पैरों पर खड़े हो जाना। हर माँ बाप यही कहने वाले हैं, और अगर देर कर दी तो बार बार सुनने को मिलेगा। घर के बड़े बुजुर्ग, माता पिता ऐसा इसलिए करते हैं ताकि आप आत्मनिर्भर बने, आप अपने सामर्थ्य को पहचाने, आप सपने देखें, उनको संकल्प में परिवर्तित करें और जी जान से उसे सिद्ध करके रहें। हमारे भारत ने भी तो आजादी के बाद अपनी यात्रा नए सिरे से शुरू की थी। जब देश की आजादी को 25 साल हुए, तब तक हमें भी
अपने पैरों पर खड़ा होने के लिए बहुत कुछ कर लेना चाहिए था। तब से लेकर अब तक बहुत देर हो चुकी है। देश बहुत समय गंवा चुका है। बीच में 2 पीढ़ियां चली गई। इसलिए हमें 2 पल भी नहीं गंवाना है। साथियों, मेरी बातों में आपको अधीरता नजर आ रही है और बहुत स्वाभाविक है कि आपको अधीरता। ਨਵਜੋਤ ਸਿੱਧੂ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਕੀਤੀ ਪੰਜਾਬ ਪੁਲਿਸ ਤੇ ਵਿਵਾਦੀ ਟਿੱਪਣੀ। ਚੋਣਾਂ ਦੇ ਮੌਸਮ ਵਿੱਚ ਨੇਤਾਵਾਂ ਦੀ ਜ਼ੁਬਾਨ ਫਿਸਲਣੀ ਆਮ ਗੱਲ ਹੋ ਗਈ ਹੈ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਜ਼ੁਬਾਨ ਫਿਸਲੀ ਹੈ। ਅੰਮ੍ਰਿਤਸਰ ਵਿੱਚ 88 ਫੁੱਟੀ ਰੋਡ ਤੇ ਅੰਮ੍ਰਿਤਸਰ ਨਾਰਦ ਦੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਪ੍ਰਚਾਰ ਵਿੱਚ ਹੋਈ ਰੈਲੀ 'ਚ ਸੰਬੋਧਨ ਕਰ ਰਹੇ ਸਨ। ਸੁਖਬੀਰ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਪੁਲਿਸ ਵਾਲੇ ਸੜਕਾਂ ਉੱਤੇ ਜਾਂਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਲੈਂਦੇ ਹਨ। ਚਵੰਨੀ ਵੀ ਆਮ ਲੋਕਾਂ ਦੀ ਜੇਬ ਵਿੱਚ ਨਹੀਂ ਛੱਡਦੇ। 50 ਮੁਹੱਲਾ ਕਲੀਨਿਕ ਨਹੀਂ ਬਣੇ 5 ਸਾਲਾਂ 'ਚ ਤੇ ਫੋਟੋਆਂ ਜਾ ਕੇ ਦੇਖੋ ਤੇ ਪਸ਼ੂ ਫਿਰਦੇ ਆ। ਤੁਸੀਂ ਕਰੋਨਾ ਦੀ ਬਿਮਾਰੀ ਆਈ, ਸਭ ਤੋਂ ਜ਼ਿਆਦਾ ਮੌਤਾਂ ਦਿੱਲੀ ਹੋਈਆਂ, ਉੱਥੇ ਆਕਸੀਜਨ ਖਤਮ ਹੋ ਗਈ। इस दिल्ली गुरुद्वारा प्रबंधक कमेटी ਨੂੰ ਉੱਥੇ ਹਸਪਤਾਲ ਖੋਲ੍ਹਣੇ ਪਏ। ਕੇਜਰੀਵਾਲ ਨੇ ਹੱਥ ਖੜੇ ਕਰ ਦਿੱਤੇ। ਇੱਥੇ ਆਉਂਦਾ ਪੰਜਾਬ 'ਚ ਕੁਛ ਕਹਿੰਦਾ, ਦਿੱਲੀ ਜਾ ਕੇ ਕਹਿੰਦਾ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰ ਦਿਓ ਕਿਉਂਕਿ ਦਿੱਲੀ ਧੂਆਂ ਆਉਂਦਾ। ਪੰਜਾਬ ਦੇ ਵਿੱਚ ਐਸਵਾਲ ਨਹਿਰ ਕੱਢੋ, ਮੈਨੂੰ ਦਿੱਲੀ ਪਾਣੀ ਚਾਹੀਦਾ। ਇੱਥੇ ਪਰਾਲੀ ਸਾੜਨੀ ਬੰਦ ਕਰ ਦਿਓ, ਉੱਥੇ ਧੂਆਂ ਆਉਂਦਾ। ਕੀ ਕੇਜਰੀਵਾਲ ਥੋੜੀ ਲੜਾਈ ਲੜ ਸਕਦਾ? ਇੱਥੇ ਝੂਠ ਬੋਲਦੇ, ਇੱਥੇ ਆ ਕੇ ਕਹਿੰਦਾ ਮੈਂ ਹਰ ਔਰਤ ਨੂੰ 1000 ਰੁਪਏ ਦਊਂ ਤੇ ਦਿੱਲੀ 'ਚ 10 ਸਾਲ ਹੋ ਗਏ 10 ਰੁਪਏ ਕਿਸੇ ਔਰਤ ਨੂੰ ਨਹੀਂ ਦਿੱਤਾ 10 ਸਾਲਾਂ 'ਚ। ਇੱਥੇ ਆ ਕੇ ਕਹਿੰਦਾ ਕਿ ਮੈਂ ਹਰ ਕੱਚੇ ਮੁਲਾਜ਼ਮ ਨੂੰ ਪੱਕੇ ਕਰ ਦੂੰ। ਦਿੱਲੀ 10 ਸਾਲਾਂ ਦੇ ਧਰਨਾ ਦੇ ਰਿਹਾ, ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ, ਸਾਰੇ ਕੰਟਰੈਕਟ ਤੇ ਹੈ। ਦਿੱਲੀ ਆ ਕੇ ਕਹਿੰਦਾ ਮੈਂ ਸਾਰਾ ਇਲਾਜ ਮੁਫਤ ਕਰੂੰ। ਇੱਥੇ ਆ ਕੇ ਕਹਿੰਦਾ ਮੈਂ ਸਾਰਾ ਇਲਾਜ ਮੁਫਤ ਕਰੂੰ। ਫਿਰ ਦਿੱਲੀ ਕਿਉਂ ਨਹੀਂ ਕਰਦਾ ਇਲਾਜ ਮੁਫਤ? ਇੱਥੇ ਆ ਕੇ ਕਹਿੰਦਾ 300 ਯੂਨਿਟ ਬਿਜਲੀ ਦੇ ਮੁਫਤ ਕਰੂੰ ਤੇ ਦਿੱਲੀ ਕਿਉਂ ਨਹੀਂ ਕਰਦਾ? ਦਿੱਲੀ ਕੀ ਕੀਤਾ ਇਹਨਾਂ ਨੇ? 200 ਯੂਨਿਟ ਕਿਹਾ ਮੈਂ ਮੁਫਤ ਹੈ, ਪਰ ਕਿਹਾ 200 ਤੋਂ 1 ਯੂਨਿਟ ਵੀ ਵੱਧ ਹੋ ਜਾਏ ਤਾਂ 200 ਤੋਂ ਵੀ ਪੈਸੇ ਲੱਗਦੇ ਆ। ਝੂਠ ਜਿੰਨਾ ਮਰਜ਼ੀ ਬੁਲਾ ਲਓ ਤੁਹਾਡੇ ਕੋਲੇ। ਕੈਪਟਨ ਨੇ ਗੁਟਕਾ ਸਾਹਿਬ ਦੀਆਂ 100 ਖਾਧੀਆਂ, ਇਹਨੇ ਹੋਰ 100 ਖਾਧੀਆਂ। ਤੁਸੀਂ ਦੇਖੋ ਇਹਨਾਂ ਦਾ ਤੁਹਾਡੇ ਪ੍ਰਤੀ ਨੇੜਤਾ ਕਿੰਨੀ ਹੈ। ਆਮ ਆਦਮੀ ਪਾਰਟੀ ਨੂੰ ਜੇ ਵੋਟ ਨਾ ਦਿੱਤੀ ਪਈ, ਇਹਨਾਂ ਨੇ ਆਪਣੀ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਲੈ ਜਾਣਾ। ਕਾਂਗਰਸ ਪਾਰਟੀ ਦਾ ਪਿਛੋਕੜ ਤੁਹਾਨੂੰ ਪਤਾ ਹੀ ਹੈ, ਅੱਜ ਤੱਕ ਕੁਝ ਨਹੀਂ ਕੀਤਾ। ਜੇ ਕੱਲੀ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੀ ਹੈ, ਤੁਹਾਡੇ ਰਹਿਣ ਵਿੱਚ, ਤੁਹਾਡੇ ਜਿੱਥੇ ਰਹਿੰਦੀ ਹੈ, ਤੁਹਾਡੀ ਗੱਲ ਕਰਦੀ ਹੈ, ਤੁਹਾਡੀ ਲੜਾਈ ਕਰਦੀ ਹੈ, ਜਿਹਦਾ 100 ਸਾਲ ਦਾ ਪਿਛੋਕੜ ਹੈ, ਪੰਜਾਬ ਤੋਂ ਬਾਹਰ ਅਸੀਂ ਜਾਂਦੇ ਹੀ ਨਹੀਂ, ਅਸੀਂ ਰਹਿੰਦੇ ਹੀ ਪੰਜਾਬ 'ਚ ਹੈ, ਉਹ ਹੈ ਸ਼੍ਰੋਮਣੀ ਅਕਾਲੀ ਦਲ। ਤੁਸੀਂ ਜਿੰਨੀਆਂ ਵੀ ਚੀਜ਼ਾਂ ਜੋਸ਼ੀ ਸਾਹਿਬ ਨੇ ਤੁਹਾਨੂੰ ਗਿਣਾਈਆਂ, ਨੀਲੇ ਕਾਰਡ ਬਣਾਏ ਕਿਹਨੇ, ਸ਼ੁਰੂ ਕਿਹਨੇ ਕੀਤੇ? ਅਕਾਲੀ ਦਲ ਨੇ। ਸ਼ਗਨ ਸਕੀਮ ਸ਼ੁਰੂ ਕਿਹਨੇ ਕੀਤੀ? ਅਕਾਲੀ ਦਲ ਨੇ। ਪੈਨਸ਼ਨ ਸ਼ੁਰੂ ਕਿਹਨੇ ਕੀਤਾ? ਅਕਾਲੀ ਦਲ ਨੇ। 200 ਯੂਨਿਟ ਐਸਸੀ ਭਾਈਚਾਰੇ ਦੇ, ਬੀਸੀ ਭਾਈਚਾਰੇ ਦੇ ਮੁਫਤ ਬਿਜਲੀ ਦੇ ਸ਼ੁਰੂ ਕਿਹਨੇ ਕੀਤੇ? ਸ਼੍ਰੋਮਣੀ ਅਕਾਲੀ ਦਲ ਨੇ। ਐਸਸੀ ਬੱਚਿਆਂ ਨੂੰ ਮੁਫਤ ਪੜਾਉਣਾ ਸ਼ੁਰੂ ਕਿਹਨੇ ਕੀਤਾ? ਸ਼੍ਰੋਮਣੀ ਅਕਾਲੀ ਦਲ ਨੇ। ये कीता ही सारा श्रोमणी अकाली दल ने। एक चीज दस दियो जिहड़ी कांग्रेस ने शुरू की, एक चीज नहीं की, बंद कर दिते। एससी स्कॉलरशिप इन्होंने बंद करते, सेवा केंद्र इन्होंने बंद करते, 10वीं ते 11वीं बच्चियां नूं असीं साइकिल दिंदे सी, ओह इन्होंने बंद कर दिते। बिल किन्ने किन्ने बिजली दे आउंदे आ। ਅਸੀਂ ਅੱਜ ਤੱਕ ਤੁਸੀਂ ਸਾਡਾ ਚੋਣ ਪੱਤਰ ਦੇਖ ਲਓ, ਜੋ ਜੋ ਕਿਆ ਕੀਤਾ,
एक चीज नहीं कह सकते। शाह प्रकाश सिंह बादल 5 बार मुख्यमंत्री क्यों बने? एक बार मुख्यमंत्री बन के दूजी बार औखा होंदा क्योंकि जबान दे पक्के। असी जो कहता करता। तुसी अमृतसर शहर देख लो, जिन्नी तरक्की हुई है। साडी सरकार तो पहले ते कांग्रेस दी सरकार सी, गलियां दा बुरा हाल सी, ना इत्थे कुछ सी, सड़कां है नहीं सी, सीवरेज है नहीं सी, शहर दा बुरा हाल सी। जोशी जी मेरे नाल मंत्री सी। तुसी देखो थोड़े अपने नार्थ हल्के च कितना पैसा लाया, किवें तुहानू नरक चो इत्थे इलाके च नरक चो कढिया। ਇਹ ਜਿਹੀਆਂ ਚੀਜ਼ਾਂ ਕੀਤੀਆਂ ਜਿਹੜੀ ਅੱਜ ਤੱਕ ਨਹੀਂ ਕੋਈ ਕਰ ਸਕਦਾ। ਜੇ ਫਿਰ ਵੀ ਜੋਸ਼ੀ ਜੀ ਨੂੰ ਵੋਟ ਨਹੀਂ ਪਊਗੀ ਤੇ ਕੋਈ ਆ ਕੇ ਡਰਾਮਾ ਕਰ ਜੂਗਾ। ਅੱਜ ਕੁਵਰ ਵਿਜੇ ਪ੍ਰਤਾਪ ਹੈ, 500 ਰੁਪਇਆ ਨਹੀਂ ਛੱਡਦਾ। ਕਿਤੇ ਪੁਲਿਸ ਵਾਲਿਆਂ ਵਾਲੇ ਪਤਾ ਹੀ ਹੈ ਤੁਹਾਨੂੰ, ਪੁਲਿਸ ਵਾਲਾ ਦੀਵਾਨੀ ਛੱਡਦੇ ਆ ਕੋਈ? ਆ ਸੜਕ ਤੇ ਜਾਂਦੇ ਜਾਂਦੇ ਜੇਬ ਚੋਂ ਕੱਢ ਲੈਂਦੇ ਆ। ਹੁਣ ਆ ਜਿਹੜੇ ਹੈਗੇ ਆਪਣਾ कंवर विजय प्रताप, जो हालात कंवर विजय प्रताप ने की है, 500 रुपये थाने चो 500 रुपये की कोई मर्जी काम करा लो। इस करके मैं आई बेनती करना चाहना सारे नूं, आपां पछाणीए किहड़े अपने आ किहड़े दूजे, जो इस इलाके की सेवा कर सकते हैं। हुण कंवर विजय प्रताप अमृतसर का तो रहने वाला नहीं, पता नहीं यूपी या बिहार या कितों का रहने वाला। जिस दिन ना वोट पई इन्हें दुकान चक्की अपना बोरी बिस्तर चक के इन्हें तुर जाना, लभोगे फिर किथे। इस करके मैं आई बेनती करना चाहना तुहानूं कि तुसी गलत फैसला ते चंगे फैसले ते गलत फैसले च इहदा नुकसान ते फायदा तुहाडा ही है, होर किसी दा नहीं है। जे सही फैसला करोगे, सरकार पंजाब श्रोमणी अकाली दल दी बन रही है। जोशी जी उस सरकार दे विच बहुत वड्डी ताकत छोने है। तुसी देख लो, जे जोशी जी नूं नहीं दिखाउंदे तो इस इलाके की तरक्की कौन कराऊ? कांग्रेस की वोट पानी खूब सिटनी है। 5 साल बर्बाद करते कांग्रेस ने, 5 साल कुछ नहीं किया ते अगे किथे करू? हुण जेड़ियां जेड़ियां स्कीमां जोशी जी ने दसियां ही हैं, जोशी जी ने कि जो साडी सरकार आऊ 4-5 चीज़ां मेरी जी सोच की है, मेरी सोच आई है कि बच्चों को अपने पैरों पर, गरीब बच्चों को अपने पैरों पर खड़ा करना है। उहदे वास्ते की करना है? सब तो पहले उन्होंने पढ़ाई सरकारी स्कूल। मैं इन्ना कहना चाहना, जो अपने सरकारी स्कूल है 4 कमरियां दे 5 कमरियां दे जिथे 2 टीचर है, उन्हों की बजाय असी हर 25,000 आबादी के अंदर 5,000 बच्चे का वड्डा स्कूल बनावांगे। 50 टीचर स्टूडेंट मगर एक टीचर, 100 टीचर एक स्कूल जाऊगा। जिवें थोड़ा हल्का नॉर्थ हल्का मैं लगता 12 एजे स्कूल बन जाने सरकारी 5,000 बच्चे दे, जिथे क्वालिटी पढ़ाई होगी। दूजी गल, असी फैसला कर लिया कि जिन्ने भी कॉलेज है पंजाब च, जिन्नियां भी यूनिवर्सिटी है, भावें खालसा कॉलेज इत्थे, भावें गुरु नानक देव यूनिवर्सिटी है, भावें लवली कोई भी है। अज की हुंदा कि इन्ना यूनिवर्सिटी अज कोई सरकारी स्कूल का पढ़ा हुआ बच्चा नहीं पढ़न जाता, क्योंकि बेचारे को ना नंबर होंदे, इन्ना पैसा होंदा है। असी फैसला करता, सरकार बनते कानून बनावांगे, जिन्ने कॉलेज ते यूनिवर्सिटी हैं 33% सीटां सरकारी स्कूल के पढ़े हुए बच्चों वास्ते उन्होंने रखनियां पैणियां। उहदा मतलब की है कि उन्होंने जे खालसा कॉलेज 20,000 बच्चा पढ़ता है, ਇਹਦਾ मतलब 6,000 बच्चा सरकारी स्कूल का पढ़ाना पैना उन्होंने। ते होर गल है, जिन्ने सरकारी स्कूल के पढ़े हुए बच्चे कॉलेजां जाणगे, उन्हां दी पढ़ाई मुफ्त होगी, पंजाब सरकार उन्हां दा खर्चा देगी। मैं चाहना कि अगले 5 साल गरीब घर का बच्चा डॉक्टर बन सके, इंजीनियर बन सके, ताई पंजाब अगे जाऊगा। जो एक बार नौकरी मिल गई, तगड़े हो गए, फिर उन्होंने भावें आटा दाल मिले ना मिले, अपने पैरों से खड़ा हो जाऊगा। मेरी सोच है। ताइयों असीं मैं जोशी जी ने तुहानूं दस्सिया मैं कि होर स्कीम लेके आए हैं। बहुत बच्चे बच्चियां अपना काम करना चाहते हैं, किसी ने रेहड़ी खोलनी है, किसी ने ब्यूटी पार्लर का काम करना बेटी ने,
किसी ने कुछ सिलाई का काम करना, किसी ने दुकान खोलनी है, पर गरीब को पैसा ही है नहीं, 2 लाख 3 लाख 4 लाख है ही नहीं अपना काम करना चाहता। तो इस करके असीं फैसला किया पंजाब कोऑपरेटिव बैंक तो ਜਿਹੜੇ ਬੱਚੇ ਬੱਚੀਆਂ अपना काम करना चाहते हैं उन्होंने 5 लाख रुपए का लोन दिता जाऊगा, जिसका ब्याज पंजाब सरकार भरेगी। घट तो घट अपने पैरों ते खड़े हो जाए। जे असीं सरकारी नौकरी नहीं दे सकते, असीं लाख तो वध दे ही नहीं सकते सरकारी नौकरी। जे नहीं अस घट तो घट अपनी काम तो शुरू कर ले कोई। सो मेरिया जिहड़ियां सोचां जिहड़ियां स्कीमां है, बच्चियां नूं लड़के बच्चे बच्चियां नूं अपने पैरों ते खड़ा करना। जिहड़ी सेहत वास्ते जिवें जोशी दस रहा सी 10 लाख रुपए का कार्ड बना रहे हैं, सेहत का कार्ड। मतलब की है, किसी भी हस्पताल जाओ इलाज करके पैसे करके इलाज नहीं रुकना चाहिए। और इंश्योरेंस का प्रीमियम होगा वो पंजाब सरकार भरूगी, थोनू भरने की लोड़ नहीं। कई बच्चे है जिहड़े पंजाब तो बाहर पढ़ना चाहते हैं, कोई कनेडा जाके पढ़ना चाहता है, गरीब बच्चा पहले जा ही नहीं सकता सी, हुण उन्होंने मौका दे रहे हैं। 10 स्टूडेंट कार्ड असी बना रहे हैं, किसी भी अमरीका कनेडा किते भी थोड़ी पढ़ाई कॉलेज एडमिशन मिल जाए, स्टूडेंट कार्ड तुसीं लिख के दोगे, यूनिवर्सिटी लिख के देगी। 10 लाख रुपये तक असी यूनिवर्सिटी को पैसा पंजाब सरकार देगी, ਉਹਦਾ कोई गारंटी नहीं, कोई ब्याज नहीं, सारा कुछ पंजाब सरकार का। जो 3 साल बाद बच्चा पढ़ के आ जाऊगा या नौकरी शुरू कर लूगा, 15 साल चला दूंगा, पर ब्याज नहीं लगूगा। कोरोना ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਲੋੜ ਹੈ, ਅਰਵਿੰਦ ਕੇਜਰੀਵਾਲ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤੀ ਪ੍ਰੈਸ ਕਾਨਫਰੰਸ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦਿੱਲੀ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਨੂੰ ਸੁਰੱਖਿਆ ਤੇ ਹੋਰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। अभी कुछ महीने पहले हमने एक ग्रेडेड एक्शन प्लान बनाया था। मतलब ये कि अगर कोरोना इतना % हो जाएगा तो हम ये चीज़ें बंद करेंगे, इतना % हो जाएगा तो हम ये चीज़ें बंद करेंगे। वो इसलिए बनाया था ताकि हर बार रोज़ बैठ के देखना ना पड़े, यार ये कर दें, ये बंद करें, ये बंद ना करें, ताकि एक साइंटिफिक तरीके से पता रहे कि भाई इतना कोरोना हो जाएगा तो ये बंद कर देंगे, इतना कोरोना हो जाएगा तो ये बंद कर देंगे। उसमें हमने लिखा था कि अगर 0.5% से ज़्यादा पॉजिटिविटी रेट होगा 2 दिन तक लगातार, तो ऐसे हालात के अंदर येलो लेवल आ जाएगा, एक लेवल 1 आ जाएगा, और उसमें हम ये चीज़ें बंद करेंगे। तो 0.5% से ज़्यादा 2-3 दिन से चल रहा है, इसीलिए लेवल 1 जो है ग्रेडेड एक्शन प्लान का, उसको लागू करने का निर्णय लिया गया है। कुछ चीज़ों के ऊपर पाबंदियां लगाई जा रही हैं। इसकी पूरा डिटेल्ड ऑर्डर आपके सामने आ जाएगा कि कौन कौन सी चीज़ों पे क्या क्या पाबंदियां लगाई जा रही हैं। लेकिन ये पाबंदियां आपके लिए लगाई जा रही हैं। मैं जानता हूँ आप सब लोग थक चुके हैं, 2 साल हो गए कोरोना को, 2 साल के अंदर इतनी बार पाबंदियां लगी कि आप सब लोग थक चुके हैं। लेकिन क्या करें, ज़रूरी है, आपकी सेहत ज़रूरी है, आपकी ज़िंदगी ज़रूरी है, इसलिए ये पाबंदियां लगाई जा रही हैं। मेरी आपसे हाथ जोड़ के विनती है कि आप सब लोग इन पाबंदियों का ज़रूर से ज़रूर पालन करें। जैसे मैंने बताया कि ये कोरोना बहुत माइल्ड है। हम देख रहे थे पिछले 1 महीने का डेटा, 1 महीने के अंदर ना तो ऑक्सीजन की खपत बढ़ी है दिल्ली के अंदर, ना ही वेंटिलेटर्स की ज़्यादा ज़रूरत पड़ रही है, ना ही आईसीयू के अंदर ज़्यादा लोगों को जाने की ज़रूरत पड़ रही है। तो इससे ये जाहिर है कि जो लोग इससे नए ओमिक्रॉन से प्रभावित हो रहे हैं, वो लोग अपने आप ही घर के अंदर ही ठीक होते जा रहे हैं। तो चिंता करने की ज़रूरत नहीं है, जिम्मेदार बनने की ज़रूरत है। मैं पर्सनली व्यक्तिगत तरीके तौर पे 1-1 मिनट नज़र रखे हुए हूँ सिचुएशन के ऊपर, और मैं समय समय पे आके आपके साथ बात करता रहूँगा। अगर कुछ भी खतरे की बात होगी, चिंता की बात होगी, सबसे पहले मैं आपको बताऊंगा। लेकिन अभी बिल्कुल भी चिंता की बात नहीं है, लेकिन जिम्मेदारी के साथ काम लेना है। अब ये तस्वीरें नहीं आनी चाहिए बिल्कुल भी कि मार्केट के अंदर इतने भारी भीड़ लग रही है, फिर हमें मार्केट बंद करने पड़ेंगे। वो तो अच्छी चीज़ नहीं है, फिर लोगों की रोजी रोटी जाती है, आपका भी वो ख़राब हो जाता है।
तो हम चाहते हैं कि बाहर निकलें तो मास्क पहन के निकलें, भीड़ ना करें, सोशल डिस्टेंसिंग का पालन करें और बार बार हाथ धोते रहें। आम आदमी पार्टी ने जारी ਕੀਤੀ 15 ਹੋਰ ਉਮੀਦਵਾਰਾਂ ਦੀ ਇੱਕ ਨਵੀਂ ਸੂਚੀ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 15 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ਆਪ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 88 ਹੋ ਗਈ ਹੈ। ਜਦਕਿ ਬੀਜੇਪੀ ਡੋਮੀਨੇਟਿੰਗ ਚੰਡੀਗੜ੍ਹ ਹੈ ਕਿਉਂਕਿ ਐਮਪੀ ਇੱਥੋਂ ਬੀਜੇਪੀ ਦੇ ਹੈ, ਰਾਜਪਾਲ ਜਿਹੜੇ ਨੇ ਉਹ ਪ੍ਰਸ਼ਾਸਕ ਨੇ, ਬੀਜੇਪੀ ਦੇ ਰਾਜਪਾਲ ਨੇ, ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਔਰ ਮੇਅਰ ਵੀ ਬੀਜੇਪੀ ਦੇ ਸੀ, ਔਰ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੈ। ਉਸ ਦੇ ਬਾਵਜੂਦ ਵੱਡੇ ਵੱਡੇ ਦਿੱਗਜਾਂ ਨੂੰ ਲੋਕਾਂ ਨੇ ਹਰਾਇਆ। ਸਾਡੇ ਇੱਕ ਆਮ ਜੇ ਘਰ ਦੇ ਮੁੰਡੇ ਨੇ ਸਿਟਿੰਗ ਮੇਅਰ ਨੂੰ ਹਰਾਇਆ, ਡਿਪਟੀ ਮੇਅਰ ਹਾਰਿਆ, ਪ੍ਰਧਾਨ ਹਾਰੇ ਇਹਨਾਂ ਦੇ। ਹਾਲਾਂਕਿ ਅਸੀਂ ਸਿਰਫ ਇੱਕ ਰੈਲੀ, ਇੱਕ ਜਨ ਸਭਾ ਅਰਵਿੰਦ ਕੇਜਰੀਵਾਲ ਜੀ ਦੀ ਹੋਈ ਸੀ, ਮੈਂ ਵੀ ਉਹਦੇ ਵਿੱਚ ਸੀ। ਬੀਜੇਪੀ ਦੇ 4 ਮੰਤਰੀ ਹਰ ਰੋਜ਼ ਇੱਥੇ ਆਉਂਦੇ ਸੀ, ਕਦੇ ਅਨੁਰਾਗ ਠਾਕੁਰ ਆ ਗਿਆ, ਕਦੇ ਨਿਤਿਆਨੰਦ ਜੀ ਆ ਗਏ, ਕਦੇ ਕੋਈ ਮੰਤਰੀ ਆ ਗਿਆ। ਬੀਜੇਪੀ ਦੇ ਕਾਫੀ ਮੰਤਰੀ ਇੱਥੇ ਆਏ, ਗਲੀਆਂ 'ਚ ਫਿਰਦੇ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦਿੱਲੀ 'ਚ ਫਿਰਦੇ ਸੀ। ਤੇ ਦਿੱਲੀ ਦੇ ਵਿੱਚ ਵੀ ਉਹੀ ਹਾਲ ਹੋਇਆ। ਨਫ਼ਰਤ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ, ਲੋਕ ਡਿਵੈਲਪਮੈਂਟ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ। ਚੰਡੀਗੜ੍ਹੀਆਂ ਨੇ, ਸੂਝਵਾਨ ਲੋਕਾਂ ਨੇ ਇਹ ਦਿਖਾਤਾ। ਮੈਂ ਚੰਡੀਗੜ੍ਹ ਦੇ ਇਕੱਲੇ ਵੋਟਰ ਦਾ ਜਿਹੜਾ ਜਦੋਂ ਘਰੋਂ ਚੱਲਿਆ, ਬੂਥ ਤੇ ਪਹੁੰਚਿਆ ਵੋਟ ਪਾਉਣ, ਉਹ ਕੱਲਾ ਕਦਮ ਸਾਡੇ ਸਿਰ ਮੱਥੇ। ਔਰ ਜਿੰਨਾ ਵੀ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਬਣਾਉਣ ਲਈ ਦੁਬਾਰਾ ਸਿਟੀ ਬਿਊਟੀਫੁਲ ਦਾ ਦਰਜਾ ਜਿਹੜਾ ਉਹ ਵਾਪਸ ਚੰਡੀਗੜ੍ਹ ਦੇ ਸਿਰ ਤੇ ਇਹ ਤਾਜ ਟਿਕਾਉਣ ਲਈ ਜਿੰਨੀ ਵੀ ਐਫਰਟ ਹੋ ਸਕੇ ਅਸੀਂ ਕਰਾਂਗੇ। ਇਮਾਨਦਾਰ ਲੋਕਾਂ ਨੂੰ ਜਿਤਾਇਆ, ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਤੇ ਨਾਲ ਹੀ ਚੰਡੀਗੜ੍ਹ ਦੇ ਪੰਜਾਬ ਹੈ ਤੇ ਪੰਜਾਬ ਦੇ ਲੋਕ ਤਾਂ ਪਹਿਲੀ ਮਨ ਬਣਾਈ ਬੈਠੇ ਨੇ। ਤੇ ਚੰਡੀਗੜ੍ਹ ਦੀ ਇਸ ਜਿੱਤ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਹੌਸਲਾ ਹੋਊ ਕਿ ਹਾਂ, ਆਮ ਆਦਮੀ ਪਾਰਟੀ ਦਾ ਜਿਹੜਾ ਦਰਖਤ ਹੈ ਉਹਦੇ ਤੇ ਹਰੇ ਰੰਗ ਦੇ ਪੱਤਿਆਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ। ਸੋ ਮੈਂ ਇਸ ਫਤਵੇ ਲਈ ਮੈਂ ਚੰਡੀਗੜ੍ਹ ਦੇ ਸਾਰੇ ਵੋਟਰਾਂ ਦਾ, ਸਾਡੇ ਵਰਕਰਾਂ ਦਾ, ਵਲੰਟੀਅਰਾਂ ਦਾ, ਜਿਨ੍ਹਾਂ ਨੇ ਦਰੀਆਂ ਵਿਛਾਈਆਂ, ਪੋਸਟਰ ਲਾਏ, ਸੋਸ਼ਲ ਮੀਡੀਆ ਟੀਮਾਂ ਦਾ, ਔਰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਵੀ ਕੰਮ ਕੀਤਾ, ਸਾਰਿਆਂ ਦਾ ਜਿਹੜਾ, ਕਿਉਂਕਿ ਇਹ ਟੀਮ ਵਰਕ ਹੈ। ਟੀਮ ਆਮ ਤੌਰ ਤੇ ਟੀਮ 15 ਪਲੇਅਰਾਂ ਦੀ ਹੁੰਦੀ ਹੈ, ਖੇਡ ਦੇ 11 ਹੁੰਦੇ ਨੇ। ਕਈ ਵਾਰੀ ਬਾਕੀ 4 ਜਿਹੜੇ ਨੇ ਸਾਰਾ ਟੂਰਨਾਮੈਂਟ ਖੇਡ ਨਹੀਂ ਸਕਦੇ, ਪਰ ਜੇ ਟੂਰਨਾਮੈਂਟ ਉਹ ਜਿੱਤ ਜਾਂਦੀ ਹੈ, ਚੈਂਪੀਅਨਸ਼ਿਪ ਜਿੱਤ ਜਾਂਦੇ ਆ, ਤਾਂ ਜਿਹੜੇ ਮੈਡਲ ਨੇ ਉਹ 15 ਦੇ 15 ਨੂੰ ਮਿਲਦੇ ਨੇ। ਸੋ ਸਾਡੇ ਬਾਕੀ ਵੀ ਜਿਹੜੇ ਪਲੇਅਰ, ਐਕਸਟਰਾ ਪਲੇਅਰ ਜਿਹੜੇ ਸਾਡੇ ਰਹੇ, ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਔਰ ਕੁਝ ਜਗ੍ਹਾ ਤੋਂ ਅਸੀਂ ਬਹੁਤ ਘੱਟ ਮਾਰਜਨ ਤੇ ਹਾਰੇ ਵੀ ਹਾਂ, ਕੋਈ ਗੱਲ ਨਹੀਂ, ਅਸੀਂ ਫਾਈਟ ਦਿੱਤੀ ਹੈ, ਪਹਿਲੀ ਵਾਰ ਲੜੇ ਹਾਂ। ਸੋ मैं मनीष जी ਨੂੰ कहूँगा कि वो ਤੁਹਾਡੇ ਨਾਲ अपने विचार साझे करन, उस तो बाद फिर तुसीं सवाल ले सको। धन्यवाद भगवंत भाई। आम आदमी पार्टी के बारे में चारों तरफ यही बात होती है कि काम की राजनीति करती है, ईमानदारी की राजनीति करती है। दिल्ली में आम आदमी पार्टी ने राजनीति का एक नया इतिहास लिखा, उसके दम पर पूरे देश में आज अरविंद केजरीवाल मॉडल की चर्चा होती है। विदेश में से भी लोग अरविंद केजरीवाल जी का गवर्नेंस मॉडल देखने आते हैं और पूरे देश में अरविंद केजरीवाल जी के गवर्नेंस मॉडल का अब विस्तार हो रहा है धीरे धीरे। आज चंडीगढ़ के नतीजे भी उसी की ओर एक ਸਿੱਖ ਫॉर ਜਸਟਿਸ ਦਾ ਇੱਕੋ ਇੱਕ ਮਕਸਦ ਭਾਰਤੀ ਸਿੱਖਾਂ ਨੂੰ ਅੱਤਵਾਦੀਆਂ ਦੇ ਰੂਪ 'ਚ ਪੇਸ਼ ਕਰਨਾ। ਮਨਜਿੰਦਰ ਸਿਰਸਾ। ਲੁਧਿਆਣਾ ਬਲਾਸਟ ਮਾਮਲੇ ਵਿੱਚ ਅੱਜ ਜਰਮਨੀ ਤੋਂ ਦੋਸ਼ੀ ਜਸਵਿੰਦਰ ਸਿੰਘ ਮੁਲਤਵੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹੈ ਕਿ ਸਿੱਖ ਫॉर ਜਸਟਿਸ ਦਾ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਿਹਾ ਹੈ। ਇਸ ਪਿੱਛੇ ਦੇ ਅਸਲੀ ਸਾਜ਼ਿਸ਼ਕਾਰ ਸਿੱਖ ਫॉर ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿੱਖ ਫॉर ਜਸਟਿਸ ਦਾ ਇੱਕੋ ਇੱਕ ਮਕਸਦ ਹੈ, ਭਾਰਤ ਦੇ ਸਿੱਖਾਂ ਨੂੰ ਅੱਤਵਾਦੀਆਂ ਦੇ ਰੂਪ ਵਿੱਚ ਪੇਸ਼ ਕਰਨਾ ਤਾਂ ਕਿ ਦੇਸ਼ ਵਿੱਚ ਸਿੱਖਾਂ ਲਈ ਨਫ਼ਰਤ ਵਧੇ, ਜਿਸ ਦਾ ਫਾਇਦਾ ਪਾਕਿਸਤਾਨ ਨੂੰ ਹੋਵੇਗਾ। ਲੁਧਿਆਣਾ ਜੋ ਬੰਬ ਬਲਾਸਟ ਹੋਇਆ ਉਹਦੇ ਪਿੱਛੇ ਹੁਣ ਪਤਾ ਲੱਗਾ ਸਿੱਖ ਫॉर ਜਸਟਿਸ ਜਸਵਿੰਦਰ ਸਿੰਘ ਮੁਲਤਾਨੀ ਸੀ, ਜੋ ਕਿ ਗੁਰਪਤਵੰਤ ਸਿੰਘ ਪੰਨੂ ਦੇ ਬਿਹਾਫ ਤੇ ਸਭ ਕੁਝ ਕਰ ਰਿਹਾ ਸੀ।
ਔਰ ਇਹ ਵੀ ਪਤਾ ਲੱਗ ਰਿਹਾ ਕਿ ਸ਼ਾਇਦ ਰਾਜੇਵਾਲ ਨੂੰ ਮਰਵਾਉਣ ਦੀ ਸਾਜ਼ਿਸ਼ ਕਰ ਰਿਹਾ ਸੀ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਭਾਰਤੀ ਹਕੂਮਤ ਨੇ ਉਹਨੂੰ ਮਾਰਨ ਦਾ ਕੰਮ ਕੀਤਾ। ਮੈਂ ਬਾਰ-ਬਾਰ ਕਹਿੰਦਾ ਆਇਆ ਗੁਰਪਤਵੰਤ ਸਿੰਘ ਪੰਨੂ ਸਿੱਖਾਂ ਦਾ ਦੁਸ਼ਮਣ ਹੈ। ISI ਦੀ ਫੰਡਿੰਗ ਦੇ ਨਾਲ ਉਹ ਦੇਸ਼ ਦੇ ਅੰਦਰ ਸਿੱਖਾਂ ਦਾ ਨੁਕਸਾਨ ਪਹੁੰਚਾ ਰਿਹਾ ਹੈ। ਦੇਸ਼ ਦੇ ਸਰਕਾਰ ਨੂੰ ਸਿੱਖਾਂ ਨਾਲ ਟਕਰਾਅ ਦਿਖਾ ਰਿਹਾ ਹੈ, ਸਿੱਖਾਂ ਨੂੰ ਦਹਿਸ਼ਤਗਰਦ ਪੇਸ਼ ਕਰਕੇ ਔਰ ਦੇਸ਼ ਦੇ ਅੰਦਰ ਸਿੱਖਾਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਤਾਂ ਕਿ ਇਸ ਦਾ ਲਾਭ ਫਿਰ ਪਾਕਿਸਤਾਨ ਨੂੰ ਪਹੁੰਚੇ। ਜੋ 30 ਸਾਲ ਤੱਕ ਅਸੀਂ ਸੰਤਾਪ ਭੁਗਤਿਆ ਏ, ਇਹ ਪੰਨੂ ਸਾਨੂੰ ਉਸੇ ਰਸਤੇ ਦੁਆਰਾ ਲਿਜਾ ਰਿਹਾ। ਮੈਂ ਦੇਸ਼ ਔਰ ਦੁਨੀਆ ਭਰ ਦੇ ਵਾਸਤੇ ਸਿੱਖਾਂ ਚਰਨਾਂ 'ਚ ਬੇਨਤੀ ਕਰਦਾ, ਇਹ ਗੁਰਪਤਵੰਤ ਸਿੰਘ ਪੰਨੂ ਜੋ ਕਿ ਕੌਮ ਦਾ ਬਹੁਤ ਵੱਡਾ ਗਦਾਰ ਆ, ਸਿਰਫ ਔਰ ISI ਤੋਂ ਪੈਸਿਆਂ ਦੇ ਚੱਕਰ ਸਾਨੂੰ ਕਰੋੜਾਂ ਜੋ ਸਿੱਖ ਇੱਥੇ ਰਹਿ ਰਹੇ ਉਹਨਾਂ ਨੂੰ ਬਦਨਾਮ ਕਰ ਰਿਹਾ, ਸਾਡੇ ਖਿਲਾਫ ਨਫ਼ਰਤ ਪੈਦਾ ਕਰ ਰਿਹਾ। ਮੈਂ ਭਾਰਤ ਸਰਕਾਰ ਨੂੰ ਕਹਿੰਦਾ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਜਸਵਿੰਦਰ ਸਿੰਘ ਮੁਲਤਾਨੀ ਨੂੰ ਅਰੈਸਟ ਕਰਕੇ ਲਿਆ ਰਹੇ ਜੇ, ਗੁਰਪਤਵੰਤ ਸਿੰਘ ਪੰਨੂ ਨੂੰ ਵੀ ਅਰੈਸਟ ਕਰਕੇ ਲਿਆਓ ਤਾਂ ਕਿ ਸਾਡੇ ਸਿੱਖਾਂ ਨੂੰ ਜੋ ਬਦਨਾਮ ਕਰਨ ਦੀ ਕਨਸਪੀਰੇਸੀ ਹੈ ਇਸ ਤੇ ਰੋਕ ਲਗਾਈ ਜਾ ਸਕੇ। ਸਨੀ ਲਿਓਨੀ ਤੇ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਮਨੀਸ਼ਾ ਗੁਲਾਟੀ। ਸਨੀ ਲਿਓਨ ਦਾ ਮਧੂਬਨ ਗੀਤ ਕਾਫੀ ਵਿਵਾਦਾਂ ਵਿੱਚ ਚੱਲ ਰਿਹਾ ਹੈ। ਹੁਣ ਇਸੇ ਤੇ ਮਨੀਸ਼ਾ ਗੁਲਾਟੀ ਦਾ ਬਿਆਨ ਸਾਹਮਣੇ ਆਇਆ ਹੈ। ਮਨੀਸ਼ਾ ਗੁਲਾਟੀ ਨੇ ਅਪੀਲ ਕੀਤੀ ਹੈ ਕਿ ਸਾਰੇ ਗੀਤਕਾਰਾਂ ਨੂੰ ਕਿ ਉਹ ਜਦੋਂ ਵੀ ਕੋਈ ਗੀਤ ਲਿਖਦੇ ਹਨ ਤਾਂ ਉਹ ਸਾਰੇ ਭਾਈਚਾਰਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਧਿਆਨ ਰੱਖਣ ਤੇ ਇੱਕ ਬੋਰਡ ਬਣੇ ਜੋ ਗਾਣਿਆਂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਹਨਾਂ ਪੈਮਾਨਿਆਂ ਤੇ ਧਿਆਨ ਦੇਵੇ ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਹ ਨਹੀਂ ਹੈ ਕਿ ਪਹਿਲੇ ਇਦਾਂ ਦੇ ਗਾਣੇ ਆਏ ਨਹੀਂ, ਪਹਿਲੇ ਵੀ ਇਸ ਤਰ੍ਹਾਂ ਦੇ ਗਾਣੇ ਬਹੁਤ ਆਉਂਦੇ ਰਹੇ ਨੇ, ਪਰ ਇਸ ਚੀਜ਼ ਨੂੰ ਕਦੀ ਤੇ ਕਿਸੇ ਨੇ ਸਨੱਪ ਕਰਨਾ ਹੈ, ਰੋਕਣਾ ਹੈ, ਕਿਉਂਕਿ ਇਹੋ ਜਿਹੀ ਚੀਜ਼ਾਂ ਨੂੰ ਜੇ ਸੈਂਸਰ ਬੋਰਡ ਹੀ ਨਹੀਂ ਦੇਖੇਗਾ ਕਿ ਭਾਰਤ ਵਿੱਚ ਹਰ ਰਿਲੀਜਨ ਦੇ ਲੋਕ ਮਿਲ ਜੁਲ ਕੇ ਰਹਿੰਦੇ ਨੇ, ਤੇ ਸਾਨੂੰ ਇਹੋ ਜਿਹੀ ਚੀਜ਼ਾਂ ਨੂੰ ਜੇ ਕਿਸੇ ਖਾਸ ਰਿਲੀਜਨ ਦੇ ਲੋਕਾਂ ਨੂੰ ਇਹੋ ਜਿਹੀ ਚੀਜ਼ਾਂ ਹਰਟ ਕਰਦੀਆਂ ਨੇ, ਜਾਂ ਕੋਈ ਵੀ ਗੀਤ ਸੰਗੀਤ ਜਾਂ ਕੋਈ ਮੂਵੀ ਹੋਵੇ ਜਾਂ ਉਹ ਲੋਕਾਂ ਦੀ ਰਿਲੀਜੀਅਸ ਦੇ ਨਾਲ ਰਿਲੇਟਿਡ ਹੈ, ਉਹਨਾਂ ਨੂੰ ਹਰਟ ਕਰਦੀਆਂ ਨੇ। ਜੋ ਕਿ ਇਹ ਗਾਣਾ ਮਧੂਬਨ ਮੇ ਰਾਧਿਕਾ ਸਾਡੇ ਇੱਕ ਰਿਲੀਜਨ ਵਿੱਚ ਇਹ ਬੜੀ ਹੀ सम्मान नाल एक माता दा माँ दा रूप नाल राधा माँ दा नाम लिता जाता है, तो यह एक बहुत गलत है। मेरा यह मनना है कि इन चीज़ों को रोकना चाहिए, क्योंकि इहो जी चीज़ां ते ही अगे जाके जे किसी इंसान दे सेंटीमेंट नू रिलीजन दे किसी खास रिलीजन दे सेंटीमेंट्स नू हर्ट कर दियां ने, फिर अगे जाके पोलराइज हो जांदियां ने, फिर अगे पॉलिटिकल रैलियां यूथ नू, क्योंकि आजकल साडा जिहड़ा यूथ है वो इहो जी म्यूजिक नू लाइक करता है। कोई इशू नहीं है, हर इंसान दा अपना टेस्ट है, पर किसी औरत दा किसी भी आर्टिस्ट नू भी यह चीज़ां नू करन तो पहला एक बारी जरूर कंसीडर करना चाहिए है कि जिहड़ी साडी फैन फॉलोइंग है कौन लोग ने, ए मेल और फीमेल दोनों ने, हर किसी दे घर विच औरत है, सम्मान करना चाहिए है, किसी भी आर्टिस्ट नू सोचना चाहिए है। तो आपां सेंसर बोर्ड नू लिखन जा रहे हैं कि यह गलत है, यह नहीं होना चाहिए। इस लाइन नू मधुबन में राधिका नाचे इमीडिएटली इनू हटाया जाना चाहिए, क्योंकि जे अज आप इस चीज़ नू नहीं रोकांगे तो ये चीज़ां चलदियां रहनगियां और यह साडी सोसाइटी लई ठीक नहीं है। मैं उम्मीद करदी हां तुहाडे लोकां तो भी कि तुसी मेरी इस गल नाल सहमत होगे। कमेंट बॉक्स विच जवाब दिओ, रिलीजन कोई भी होवे ते इन चीज़ां नू जब तक आपां मिल जुल के रोकांगे नहीं तो यह वधियां रहनगियां और किते ना किते साडे बच्चियां लई आने वाले यूथ लई एक यह गलत मैसेज है। बाकी होर कुछ लोगों के मैं अज कमेंट पढ़ रही सी, मेरी टीम भी मैनू दस रही सी कि कुछ लोगों का कहना है कि मैम साडी कंप्लेंट का की होया। तुहानू मैं टाइम टू टाइम दसदी रहनी हाँ कि बहुत सारा प्रैशर है साडे उत्ते, बहुत सारिया कंप्लेंट्स ने, पर आपां पूरी कोशिश कर रहे हैं कि जल्द तो जल्द आपां इन्हां नू तुहानू रिलीफ पहुँचाया जाए। मंडे तो फ्राइडे तक तुसी कोई भी अपनी कंप्लेंट का स्टेटस लैन लई साडे नाल राबता कर सकते हो। फेसबुक ते या सोशल मीडिया ते तुहानू उनका रिवर्ट नहीं दिता जा सकता, क्योंकि मेरे को उस टाइम ते हत्थां च रिकॉर्ड नहीं होंदा, दूसरा या मेरी टीम मीडिया टीम को नहीं होंदा। एक कंप्लेनेंट ने शायद कमेंट किया सी कि मैम चंडीगढ़ तो मैं तुहानू कॉन्टैक्ट किया सी, चंडीगढ़ मेरी जूरिडिक्शन विच नहीं हैगा, मैं एडमिनिस्ट्रेशन नू किसी भी तरह के ऑर्डर नहीं दे सकती। तो उनके उस कमेंट उत्ते उन्होंने उस कंप्लेंट नू लैके बड़ा लंबा चौड़ा कमेंट किया सी
ਕਿ ਉਹ ਇੱਕ ਔਰਤ ਤੇ ਹੈ। ऑफ कोर्स औरत है। मैं कई बारी अपनी पंजाब स्टेट तो इलावा भी जो होर स्टेट्स दे लोग मैनू मैं उत्थे दी चेयरपर्सन नू फॉरवर्ड करती रहनी हाँ, पर यह उन्हां दी अपनी परसनैलिटी ते डिपेंड करता है कि वो किन्ना कोई अपनी इमोशंस नाल रिलेट करके की रिवर्ट करता है, की उत्थे दा प्रोसैस है। पर मेरी जो ज्यूरीडिक्शन है वो सिर्फ पंजाब दी है और मेरी पूरी कोशिश है, मेरी फैमिली फेसबुक फैमिली और मैं वध तो वध लोगों की हैल्प करती रहां और करती हाँ और करती रहांगी। उम्मीद करती हाँ मेरा कंसर्न तुसी समझोगे और ऐसे तरह सपोर्ट करते रहोगे। थैंक यू सो मच। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ।